ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਸਨਮਾਨਯੋਗ ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਜੁੜ ਬੈਠੇ ਗੁਰੂ ਸਵਾਰਿਓ, ਸਾਹਿਬ ਜੀ ਦੀ ਬਖਸ਼ਿਸ਼ ਨਾਲ ਗੁਰੂ ਦੀ ਗੱਲ ਕਰਨ ਲਈ, ਸੁਣਨ ਲਈ, ਵਿਚਾਰਨ ਲਈ ਅਸੀਂ ਇਕੱਠੇ ਹੋਏ ਹਾਂ। ਓੰਕਾਰ ਬਾਣੀ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ, ਜੋ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ ਇਹ ਪਵਿੱਤਰ ਬਾਣੀ ਹੈ। ਇਸ ਬਾਣੀ ਦੀਆਂ ਕੁੱਲ 54 ਪੌੜੀਆਂ ਹਨ, ਜਿਨ੍ਹਾਂ ਵਿੱਚੋਂ ਅਸੀਂ 38 ਪੌੜੀਆਂ ਦੀ ਵਿਚਾਰ ਪਹਿਲਾਂ ਕਰ ਚੁੱਕੇ ਹਾਂ। ਅੱਜ 39ਵੀਂ ਪੌੜੀ ਤੋਂ ਅਸੀਂ ਅਗਲੀ ਵਿਚਾਰ ਆਰੰਭ ਕਰਨੀ ਹੈ। 38ਵੀਂ ਪੌੜੀ ਦੇ ਵਿੱਚ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸਮਝਾਇਆ ਸੀ, ਇਹ ਪਾਂਡੇ, ਪਾਪ ਮਾੜਾ ਕੰਮ ਹੈ, ਪਰ ਪਾਪੀ ਨੂੰ, ਪਾਪ ਕਰਨ ਵਾਲੇ ਨੂੰ ਪਿਆਰਾ ਲੱਗਦਾ ਹੈ। ਪਾਪ ਦੀ ਪਰਿਭਾਸ਼ਾ, ਡੈਫੀਨੇਸ਼ਨ ਅਸੀਂ ਉਸ ਦਿਨ ਵਿਚਾਰ ਕਰ ਚੁੱਕੇ ਹਾਂ। ਪਾਪ ਕਰਨ ਵਾਲਾ ਪਾਪਾਂ ਨਾਲ ਹੀ ਹਰ ਵੇਲੇ ਲੱਦਿਆ ਹੁੰਦਾ ਹੈ, ਔਰ ਇਸ ਮਾੜੇ ਕੰਮਾਂ ਦਾ ਹੀ ਖਿਲਾਰਾ ਹਰ ਪਾਸੇ ਖਿਲਾਰਦਾ ਰਹਿੰਦਾ ਹੈ। ਪਰ ਜੇ ਮਨੁੱਖ ਸਭ ਕੁਝ ਛੱਡ ਕੇ, ਪਾਪ ਛੱਡ ਕੇ, ਇਹ ਕਰਮ ਜਿਹੜੇ ਗੁਰੂ ਨੂੰ ਤੋੜਦੇ ਹਨ ਉਹਨਾਂ ਨੂੰ ਛੱਡ ਕੇ ਆਪਣੇ ਆਪ ਨੂੰ ਚੀਨ ਲਵੇ, ਪਹਿਚਾਨ ਲਵੇ, ਪਛਾਣ ਲਵੇ, ਜਦ ਤੱਕ ਆਪਣੇ ਆਪ ਦੀ ਪਹਿਚਾਣ ਨਹੀਂ ਹੁੰਦੀ, ਬੰਦਾ ਆਪਣੇ ਆਪ ਨੂੰ ਨਹੀਂ ਪਛਾਣਦਾ, ਉਨੀ ਦੇਰ ਤੱਕ ਇਹਦੇ ਮਨ ਤੇ ਭਟਕਣਾ ਬਣੀ ਰਹਿੰਦੀ ਹੈ। ਗੁਰੂ ਪਾਤਸ਼ਾਹ ਜੀ ਨੇ ਸਾਨੂੰ ਬਾਣੀ ਰਾਹੀਂ ਵੀ ਇਹ ਗੱਲ ਸਮਝਾਈ ਹੈ, ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਭਰਮ ਦਾ ਜਾਲਾ ਉਨੀ ਦੇਰ ਤੱਕ ਦੂਰ ਨਹੀਂ ਹੁੰਦਾ ਜਦ ਤੱਕ ਆਪਣੇ ਆਪ ਦੀ ਪਛਾਣ ਨਹੀਂ ਹੁੰਦੀ। ਮੈਂ ਕੀ ਹਾਂ, ਮੈਂ ਕੀ ਕੰਮ ਕਰਨ ਲਈ ਆਇਆ ਹਾਂ, ਮੈਂ ਕੀ ਕਰ ਰਿਹਾ ਹਾਂ, ਮੈਂ ਕੀ ਕਰਨਾ ਹੈ। ਇਹ ਆਪਣੇ ਆਪ ਦੀ ਪਛਾਣ ਹੈ, ਰੋਜ਼ ਆਪਣੇ ਆਪ ਨੂੰ ਪਰਖਣਾ ਹੈ। ਤਾਂ ਹੀ ਬੰਦੇ ਖੋਜ ਦਿਲ ਹਰ ਰੋਜ਼ ਦੀ ਗੱਲ ਗੁਰਬਾਣੀ ਵਿੱਚ ਕਹੀ ਗਈ ਹੈ। ਬੰਦਿਆ ਰੋਜ਼ ਆਪਣੇ ਦਿਲ ਦੀ ਖੋਜ ਕਰ, ਰੋਜ਼ ਆਪਣੀ ਪਰਖ ਕਰ, ਆਪਣੀ ਪਹਿਚਾਣ ਕਰ, ਕਿੱਥੇ ਖੜਾ ਹੈ। ਜਿਹੜਾ ਮਨੁੱਖ ਆਪਣੇ ਗੁਨਾਹਾਂ ਨੂੰ ਛੱਡ ਕੇ
ਪਾਪ ਛੱਡ ਕੇ ਆਪਣੇ ਅਸਲ ਨੂੰ ਪਛਾਣ ਲਵੇ, ਉਸ ਨੂੰ ਫਿਰ ਚਿੰਤਾ, ਵਿਛੋੜਾ ਤੇ ਦੁੱਖ ਨਹੀਂ ਵਿਆਪਦਾ। ਉਸ ਨੂੰ ਚਿੰਤਾ, ਵਿਛੋੜਾ, ਦੁੱਖ ਨਹੀਂ ਵਿਆਪਦਾ। ਜਦ ਤੱਕ ਝੂਠ, ਪਾਪ ਇਹਨੂੰ ਚੰਬੜਿਆ ਹੋਇਆ ਹੈ, ਉਦੋਂ ਤੱਕ ਆਤਮਿਕ ਮੌਤ ਇਹ ਮਰਦਾ ਰਹਿੰਦਾ ਹੈ, ਇਹਦੀ ਤਬਾਹੀ ਹੋ ਜਾਂਦੀ ਹੈ। ਫਿਰ ਇਹਦਾ ਜੰਮਣਾ ਮਰਨਾ ਕਿਵੇਂ ਮੁੱਕੇ? ਮੁੱਕ ਨਹੀਂ ਸਕਦਾ। ਫਿਰ ਮੌਤ ਦੀ ਫਾਹੀ ਤੋਂ ਬਚਣਾ ਕਿਵੇਂ? ਭਾਵ ਮੌਤ ਦਾ ਡਰ ਕਿਵੇਂ ਖਤਮ ਕਰੇ? ਇਹ ਕਿਵੇਂ ਟਾਲ ਸਕਦਾ, ਕਿਵੇਂ ਬਚ ਸਕਦਾ ਹੈ? ਜਿੰਨਾ ਚਿਰ ਇਹ ਮਨ ਪਾਪਾਂ ਦੇ ਜੰਜਾਲਾਂ ਨਾਲ ਘਿਰਿਆ ਹੁੰਦਾ ਹੈ, ਉਨੀ ਦੇਰ ਇਹ ਗੋਪਾਲ ਦੇ ਨਾਮ ਨੂੰ ਮਨ ਦੀ ਪੱਟੀ ਤੇ ਨਹੀਂ ਲਿਖ ਸਕਦਾ। ਔਰ ਉਸ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖਣ ਤੋਂ ਬਿਨਾਂ ਇਹ ਮਨੁੱਖ ਇਹਨਾਂ ਜੰਜਾਲਾਂ ਤੋਂ ਬਚ ਵੀ ਨਹੀਂ ਸਕਦਾ। ਉਹਦਾ ਢੰਗ ਕੇਵਲ ਇੱਕੋ ਹੀ ਹੈ। ਜੰਜਾਲਾਂ ਤੋਂ ਬਚਣ ਦਾ ਕੇਵਲ ਇੱਕੋ ਹੀ ਢੰਗ ਹੈ ਕਿ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖੇ। ਤਾਂ ਸਤਿਗੁਰੂ ਜੀ ਨੇ ਇਹ ਗੱਲ ਸਮਝਾਈ ਸੀ ਕਿ ਇਹਨਾਂ ਪਾਪਾਂ ਕਰਕੇ ਹੀ ਮਨੁੱਖ ਬੜਾ ਦੁਖੀ ਹੁੰਦਾ ਹੈ, ਬਾਰ-ਬਾਰ ਜੰਮਦਾ ਹੈ, ਬਾਰ-ਬਾਰ ਮਰਦਾ ਹੈ, ਔਰ ਇਹਦੇ ਅੰਦਰ ਦੁੱਖ ਤੇ ਦੁੱਖ ਬਣਿਆ ਰਹਿੰਦਾ ਹੈ। ਤਾਂ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਜੋ ਬਚਨ ਕੀਤੇ ਹਨ ਅੱਜ ਦੀ ਪੌੜੀ ਵਿੱਚ, ਉਹ ਇਸੇ ਲੜੀ ਨੂੰ ਅੱਗੇ ਤੋਰਿਆ। ਫਿਰ ਫਾਹੀ ਹਾਸੇ ਕਊਆ, फिर पछताना अब क्या हुआ, हाथा चूग चुगे नहीं बूझै, सतगुर मिले तां आखी सूझै, हाथा चूग चुगै नहीं बूझै, सतगुर मिले तां आखी सूझै, जो मछली फाथी जम जाल, बिन गुर दाते मुक्त ना भाल, फिर आवे फिर जाए, एक रंग रचे रह लिवलाई, इब छूटा फिर फास ना पाए, एक रंग रचे रह लिवलाई, इब छूटा फिर फास ना पाए। फिर ये पांडे पाप कर्म करके ये मनुख फिर मुड़ के उन्हां पापां दी फाही विच फसदा रहिंदा है। कौआ कौआ ਕਾਂ ਨੂੰ ਕਹਿੰਦੇ ਨੇ। ਸੁਭਾਅ ਕਾਂ ਵਾਲਾ, ਸ਼ਕਲ ਨਹੀਂ। ਸ਼ਕਲ ਤਾਂ ਮਨੁੱਖ ਦੀ ਹੈ, ਕਰਤੂਤ ਜਿਹੜੀ ਹੈ ਕਾਂ ਵਾਲੀ ਹੈ। ਭਾਵ ਕਾਲੀ ਕਰਤੂਤ, ਕਾਲੀਆਂ ਕਰਤੂਤਾਂ ਵਾਲਾ ਮਨੁੱਖ ਇਸ ਸੁਭਾਅ ਕਰਕੇ, ਇਸ ਕਰਤੂਤਾਂ ਕਰਕੇ, ਆਪਣੀਆਂ ਕਾਲੀਆਂ ਕਰਤੂਤਾਂ ਕਰਕੇ ਮੁੜ ਕੇ ਬਾਰ ਉਸ ਫਾਹੀ ਵਿੱਚ ਫਸਿਆ ਰਹਿੰਦਾ ਹੈ। ਕਿਹੜੀ ਫਾਹੀ? ਜੰਜਾਲਾਂ ਦੀ, ਪਾਪਾਂ ਦੀ,
ਗੁਨਾਹਾਂ ਦੀ, ਮਾੜੇ ਕਰਮਾਂ ਦੀ, ਮਾੜੇ ਕੰਮ ਕਰਨ ਦੀ ਇਹ ਫਾਹੀ ਹੈ। ਇਹ ਗੱਲ ਵਿੱਚ ਪਈ ਰਹਿੰਦੀ ਹੈ। ਮਨੁੱਖ ਜਿਵੇਂ ਜਿਵੇਂ ਜੀਵਨ ਦੀ ਯਾਤਰਾ ਨੂੰ ਅੱਗੇ ਤੋਰਦਾ ਹੈ, ਤਿਵੇਂ ਤਿਵੇਂ ਇਹਦੀ ਗੰਢ ਹੋਰ ਪੱਕੀ ਹੁੰਦੀ ਜਾਂਦੀ ਹੈ, ਕਿਉਂਕਿ ਸੁਭਾਅ ਕਾਂ ਵਾਲਾ ਬਣ ਗਿਆ। ਤਾਂ ਸਾਹਿਬ ਜੀ ਕਹਿੰਦੇ, ਪਾਂਡੇ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖਣ ਤੋਂ ਬਿਨਾ ਇਹ ਮਨੁੱਖ ਦਾ ਜੀਵਨ ਇਸ ਤਰ੍ਹਾਂ ਦਾ ਹੀ ਹੈ ਕਿ ਬਾਰ-ਬਾਰ ਉਹਨਾਂ ਗੁਨਾਹਾਂ ਵਿੱਚ ਫਸਿਆ ਰਹਿੰਦਾ ਹੈ। ਇਹਦੇ ਜੀਵਨ ਦਾ ਕੋਈ ਸਮਾਂ ਐਸਾ ਨਹੀਂ ਜਦੋਂ ਇਹਨੂੰ ਚੈਨ ਆਇਆ ਹੋਵੇ, ਜਦੋਂ ਇਹਨੂੰ ਟਿਕਾਇਆ ਹੋਵੇ, ਜਿੱਥੇ ਕਦੇ ਸ਼ਾਂਤੀ ਮਿਲ ਗਈ ਹੋਵੇ। ਸੱਚ ਤਾਂ ਇਹ ਹੈ ਕਿ ਇਹ ਮਨ ਪੰਖੀ ਦੇ ਜੀਵਨ ਦਾ ਹਰ ਦਿਨ, ਹਰ ਰਾਤ ਇਹਨੂੰ ਮਾਇਆ ਦੇ ਜਾਲ ਵਿੱਚ ਫਸਾਉਣ ਦਾ ਕੰਮ ਕਰ ਰਹੀ ਹੈ। ਸੱਚਾਈ ਇਹ ਹੈ। ਇਸ ਢੰਗ ਨਾਲ ਜੀਵਨ ਜੀਉਣ ਵਾਲੇ ਮਨੁੱਖਾਂ ਦੀ ਜੀਵਨ ਦੀ ਹਰ ਘੜੀ ਉਹ ਸਭ ਇਹਦੇ ਲਈ ਫਾਹੀ ਬਣਦੀਆਂ ਜਾ ਰਹੀਆਂ ਹਨ, ਪਰ ਇਹਨੂੰ ਫਿਰ ਵੀ ਨਹੀਂ ਪਤਾ। ਇਸ ਫਾਹੀ ਰੂਪੀ ਜਾਲ ਵਿੱਚ ਚੋਗਾ ਸੁੱਟਿਆ ਹੋਇਆ ਹੈ ਦੁਨੀਆ ਦੇ ਪਦਾਰਥਾਂ ਦਾ, ਰਸ-ਕਸ ਦਾ, ਚਸਕਿਆਂ ਦਾ, ਵਿਕਾਰਾਂ ਦਾ। ਇਹ ਮਨ ਪੰਖੀ, ਇਹ ਕਊਆ ਪੰਖੀ, ਕਊਆ ਮਨ, ਕਾਂ ਵਰਗਾ ਮਨ ਬੜੇ ਸਵਾਦ ਲੈ ਕੇ ਉਹਨਾਂ ਚੋਗਿਆਂ ਨੂੰ ਚੁਗਦਾ ਹੈ। ਤੇ ਜਾਲ ਦੇ ਵਿੱਚ ਫਸਿਆ ਹੋਇਆ ਵੀ ਕਦੀ ਵੀ ਆਪਣੇ ਜੀਵਨ ਵਿੱਚ ਗੁਲਾਮੀ ਦਾ ਅਹਿਸਾਸ ਨਹੀਂ ਕਰਦਾ ਕਿ ਮੈਂ ਬਚ ਗਿਆ ਹਾਂ, ਮੈਂ ਫਸ ਗਿਆ ਹਾਂ। ਸਗੋਂ ਹੋਰ ਜਾਲ 'ਚ ਫਸਿਆ ਹੋਇਆ ਹੋਰ ਫਸਦਾ ਜਾਂਦਾ ਹੈ, ਫਿਰ ਬਾਰ-ਬਾਰ। ਹੁਣ ਦੱਸੋ ਵੀ ਇਹ ਕਊਆ ਮਨ ਕਿਵੇਂ ਛੁੱਟੇ, ਕਾਂ ਵਰਗਾ ਸੁਭਾਅ ਕਿਵੇਂ ਛੁੱਟ ਜਾਏ, ਕਿਵੇਂ ਬਚ ਸਕਦਾ ਹੈ? ਛੁੱਟਣ ਦੀ ਜੁਗਤੀ ਨਹੀਂ ਆਉਂਦੀ, ਛੁੱਟਣ ਦਾ ਢੰਗ ਵੀ ਨਹੀਂ ਪਤਾ ਲੱਗਦਾ, ਨਾ ਇਹਨੂੰ ਛੁੱਟਣ ਦੀ ਵਿਧ ਆਉਂਦੀ ਹੈ। ਫਸਣ ਦਾ ਪਤਾ ਹੈ ਕਿਵੇਂ ਫਸੀਦਾ ਹੈ, ਪਰ ਛੁੱਟਣ ਦੀ ਵਿਧ ਆਉਂਦੀ ਨਹੀਂ। ਤਾਂ ਸਤਿਗੁਰੂ ਜੀ ਨੇ ਬੜਾ ਖੂਬਸੂਰਤ ਨਕਸ਼ਾ ਖਿੱਚਿਆ ਇਸ ਮਨੁੱਖ ਦੇ ਕਾਲੀਆਂ ਕਰਤੂਤਾਂ ਦਾ, ਔਰ ਇਸ ਨਕਸ਼ੇ ਨੂੰ ਖਿੱਚ ਕੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਜਾਲੀ ਰੈਨ ਜਾਲ ਦਰ ਹੁਆ, ਜੇਤੀ ਘੜੀ ਫਾਹੀ ਤੇਤੀ। ਦੇਖੋ ਜੀਵਨ ਦਾ ਹਾਲ ਕੀ ਹੈ। ਰਾਤ ਜਿਹੜੀ ਸੀ ਉਹ ਜਾਲੀ ਬਣ ਗਈ, ਛੋਟਾ ਜਾਲ, ਕਿਉਂਕਿ ਮਨੁੱਖ ਸੌ ਜਾਂਦਾ ਹੈ, ਮਨੁੱਖ ਸੌ ਜਾਂਦਾ ਹੈ। ਕਦੀ ਖਿਆਲ ਨਾਲ ਸ਼ਬਦ ਨੂੰ ਪੜ੍ਹੀਏ ਤਾਂ ਬੜਾ ਡੂੰਘੇ ਭਾਵ ਸਾਡੇ ਸਾਹਮਣੇ ਆ ਜਾਂਦੇ ਹਨ। ਸ਼ਬਦ ਦੀਆਂ ਡੂੰਘੀਆਂ ਡੂੰਘਾਈਆਂ ਸਾਡੇ ਸਾਹਮਣੇ ਆਉਂਦੀਆਂ ਨੇ। ਜੀਵਨ ਦੀ ਕਹਿੰਦੇ ਹਰ ਰਾਤ ਜਾਲੀ ਹੈ, ਕਿਉਂਕਿ ਜਾਲੀ ਕਿ ਛੋਟਾ ਜਾਲ, ਤੇ ਜਿਹੜਾ ਦਿਨ ਹੈ ਵੱਡਾ ਜਾਲ ਬਣਿਆ ਪਿਆ। ਪਸਾਰੇ ਬਹੁਤ ਨੇ ਦਿਨ ਦੇ। ਜਾਲੀ ਰੈਨ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਜੀਵਨ ਦੀ ਹਰ ਘੜੀ ਫਾਹੀ ਹੈ, ਗਿਲੇ 'ਚ ਲਟਕਦੀ ਹੋਈ ਹੈ, ਪਰ ਫਿਰ ਵੀ ਰਸ ਰਸ ਚੋਗ ਚੁਗੈ ਨਿਤ ਫਾਸੇ, ਛੂਟ ਸਮੂੜੇ ਕਵਨ ਗੁਣੀ। ਰਸ ਲੈ ਲੈ ਕੇ ਚੋਗ ਚੁਗਦਾ, ਚੋਗਾ ਸੁੱਟਿਆ ਹੋਇਆ ਹੈ, ਪਰ ਬਾਰ-ਬਾਰ ਫਸਦਾ ਜਾਂਦਾ ਹੈ।
ਪਰ ਇਹ ਵੀ ਸਮਝ ਨਹੀਂ ਮੈਂ ਕਰ ਕੀ ਰਿਹਾ, ਤੇ ਛੁੱਟੇਗਾ ਕਿਵੇਂ। ਇਹ ਪਾਂਡੇ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਨਹੀਂ ਲਿਖਿਆ, ਸਗੋਂ ਨਾਮ ਦੀ ਥਾਂ ਤੇ ਜ਼ਿੰਦਗੀ ਦਾ ਇਹਦਾ ਹਰ ਪਹਿਲੂ, ਹਰ ਸਮਾਂ, ਰਾਤ ਸੁੱਤਿਆਂ ਕੀ ਬੀਤ ਗਈ, ਦਿਨ ਖਾਦਿਆਂ ਬੀਤ ਗਿਆ, ਧੰਦਿਆਂ ਵਿੱਚ ਬੀਤ ਗਿਆ, ਤੇ ਫਾਹੀ ਗੱਲ ਚ ਪਈ ਹੋਈ ਹੈ। ਕੌਡੀਆਂ ਦੇ ਬਦਲੇ ਹੀਰਾ ਜਨਮ ਗਵਾ ਦਿੱਤਾ ਹੈ। ਜਨਮ ਤਾਂ ਬੜਾ ਕੀਮਤੀ ਸੀ। ਅਸੀਂ ਬਹੁਤ ਵਾਰੀ ਇਹ ਚੀਜ਼ ਪੜ੍ਹੀ ਹੈ, ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਵੀ ਰਾਤ ਸੁੱਤਿਆਂ ਗਵਾ ਦਿੱਤੀ, ਦਿਨ ਖਾ ਕੇ ਗਵਾ ਦਿੱਤਾ, ਹੀਰਾ ਕੌਡੀਆਂ ਦੇ ਭਾਅ ਵਿੱਚ ਦੇਤਾ। ਦੱਸੋ ਵੀ ਕੌਡੀਆਂ ਦੇ ਭਾਅ ਹੀਰੇ ਨੂੰ ਵੇਚਣ ਵਾਲੇ ਨੂੰ ਮੂਰਖ ਹੀ ਤਾਂ ਆਖੀਦਾ, ਸਿਆਣਾ ਤਾਂ ਨਹੀਂ ਕਹਿ ਸਕਦੇ। ਜਿਹੜਾ ਕੀਮਤੀ ਚੀਜ਼ ਨੂੰ ਖੂਹ ਖਾਤੇ ਵਿੱਚ ਸੁੱਟ ਦੇਵੇ ਉਹ ਸਿਆਣਾ ਕਿਵੇਂ ਹੋਇਆ। ਤਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਗੱਲ ਕਹਿੰਦੇ ਨੇ ਵੀ ਰੈਣ ਗਵਾਈ ਸੋਏ ਕੈ, ਦਿਵਸ ਗਵਾਇਆ ਖਾਏ, हीरे जैसा जन्म है कौडी बदले जाए। क्यों जा रहा, नाम ना जाने आराम का, मूड़े फिर पाछे पछताए रहे। पछतावा तो है ही है, शब्द विच अगे ये गल भी आ जाएगी, फिर पछताना अब क्या हुआ। पछतावा तो है ही है, क्योंकि ये समा तो निकल जाना है, जीवन का समा दौड़ मुक जानी है। इस जीवन की दौड़ ने कभी खड़े नहीं होना। ते ये पांडे गोपाल का नाम मन की पट्टी ते लिखण तो बिना इस मनुख के जीवन का ये माया का जाल इन्हूं फसाउण का काम कर रहा है। जितनियां घड़ियां ने फाही बन के बैठिया हुई ने, ते शरीर आरन बनया होया है। आरन की जद ते रख के सट्टा मारी दिया ने। कदी लोहार नूं देखिया, लोहार दे विच जदों भट्ठी नूं तांदा सी, जदों सेक बिल्कुल लाल हो जाती अग, फिर उहदे च लोहे दे टुकड़े रखे जाते सन, कोई दातरी, कोई रंबा, कोई चीज़ां उन्होंने तिखा करने लई। तो फिर एक वड्डी सारी लोहे की एक सिल जी जमीन में थोड़ी जी गड्डी हुंदी सी, उन्होंने आरन कहते हैं। आरन जिहड़ा उहनूं सारी जिंदगी सट्टां पैंदियां ने, क्योंकि लोहा जिहड़ा भी करना उहदे ते कुट्टिया जांदा है, शेप देनी है कुट्टिया जांदा है। ते ओह मन साडा ओह लोहा नूं कुट पई जांदी है। शरीर जिहड़ा आरन बन गया, ये फिर फाही है। ते इहदे विच अग किहड़ी बली हुई है, पंजां विकारां दी। पंजां विकारां दी अग असीं बाली हुई है। जाली रैन जाल दिन हुआ, जेती घड़ी फाही तेती, रस रस चोग चुगे नित फासे, छूटस मूड़े कवन गुनी। काया आरन मन विच लोहा, उस शरीर दे आरन दे उत्ते लोहा मन है। हुण की है, अग किहड़ी बन गई, पंच अगन ते तलाक रही। फिर भी बड़ा स्वाद लई जांदा। कहंदे पापां दे कोले ने, गुनाहां दे खुनामियां दे कोले च बलदे पे, ते मन जिहड़ा सी वो सड़दा है। ते जिहड़ी सन्नी चिंता दी सन्नी हुंदी, जिहदे नाल फड़ के गरम लोहे नूं इस तरह करीदा, जिहनूं असीं पलास भी कहने, जमूर भी कहने। सन्नी थोड़ी लंबी हुंदी है, क्योंकि अग दा सेक बहुत हुंदा है, ते वो लंबी हुंदी है पिछों, उहनूं सन्नी कहंदे ने। ते सन्नी दे नाल फिर उहनूं फड़िया जांदा है। ते चिंता दी सन्नी दे नाल ये मन जिहड़ा है
ਇਹ ਘੁੰਮਦਾ ਰਹਿੰਦਾ ਹੈ। ਹਾਲਾਤ ਕੀ ਹੈ ਸਾਡੀ? ਪਾਂਡੇ, ਸਰੀਰ ਜਿਹੜਾ ਹੈ ਇਹ ਮਨ ਲੋਹਾਰ ਦੀ ਭੱਠੀ ਵਰਗਾ ਹੈ। ਮਨ ਦਾ ਲੋਹਾਰ ਦੀ ਭੱਠੀ ਵਰਗਾ ਹੈ ਸਰੀਰ, ਤੇ ਇਸ ਭੱਠੀ ਵਿੱਚ ਮਨ ਇੱਕ ਲੋਹਾ ਹੈ, ਤੇ ਉਹਦੇ ਉੱਤੇ ਕਾਮ ਦੇ ਵਿਕਾਰਾਂ ਦੀਆਂ ਅੱਗਾਂ ਬਲ ਰਹੀਆਂ ਨੇ। ਇਹਨਾਂ ਵਿਕਾਰਾਂ ਦੇ ਚੋਗੇ ਦੀ ਤਪਸ਼ ਦੇ, ਇਹ ਵਿਕਾਰਾਂ ਦੇ ਚੋਗੇ ਦੀ ਤਪਸ਼ ਹੈ। ਉਹਨੂੰ ਹੋਰ ਤੇਜ਼ ਕਰਨ ਲਈ ਪਾਪਾਂ ਦੇ ਕੋਲੇ ਹੋਰ ਭਖਦੇ ਪਾਈ ਜਾਂਦੇ ਆ। ਪਾਪਾਂ ਦੇ ਕੋਲੇ ਸੁੱਟੀ ਜਾਂਦੇ, ਅੱਗ ਠੰਡੀ ਪੈਂਦੀ ਹੈ, ਫਿਰ ਕੋਲੇ ਪਾ ਦਿੰਦੇ ਆ, ਔਰ ਮਨ ਉਹਦੇ ਵਿੱਚ ਸੜ ਰਿਹਾ, ਇਸ ਅੱਗ ਵਿੱਚ। ਮਨ ਇਸ ਅੱਗ ਵਿੱਚ ਸੜੀ ਜਾਂਦਾ। ਚਿੰਤਾ ਦੀ ਸੰਨੀ ਹੈ ਜੋ ਇਹਨੂੰ ਹਰ ਵੇਲੇ ਚੋਭਾਂ ਲਾ ਲਾ ਕੇ ਹਰ ਪਾਸੇ ਸਾੜਨ ਵਿੱਚ ਮਦਦ ਕਰ ਰਹੀ ਹੈ। ਪਹਿਲਾਂ ਇੱਕ ਪਾਸਾ ਘੁਮਾਇਆ, ਦੂਜਾ ਘੁਮਾਇਆ, ਕਿਤੇ ਬਚ ਨਾ ਜਾਵੇ ਕੋਈ ਚੀਜ਼। ਇਹ ਚਿੰਤਾ ਦੀ ਸੰਨੀ ਨੇ ਮਨ ਦਾ ਹਰ ਪੱਖ ਸਾੜ ਕੇ ਰੱਖ ਦਿੱਤਾ ਹੈ। ਤੇ ਫਿਰ ਵੀ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਇਹ ਮਨੁੱਖ ਫਿਰ ਉਸੇ ਚਾਲ ਵਿੱਚ ਫਸਿਆ ਹੋਇਆ ਹੈ। ਸਾਹਿਬ ਕਹਿੰਦੇ, ਹੈ ਪਾਂਡੇ, ਕਦੀ ਦੇਖਿਆ ਤੇਰੇ ਜੀਵਨ ਦੀ ਕਹਾਣੀ ਕੀ ਹੈ? ਮੈਂ ਦੇਖਿਆ। ਕਹਿੰਦਾ, ਜਬ ਜੀਵਨ ਤੇਰਾ ਬਚਪਨ ਵਿੱਚ ਬੀਤ ਗਿਆ ਤੇ ਵੱਡਾ ਹੋ ਗਿਆ, ਤਪ ਫਿਰ ਵੀ ਨਾ ਕੀਤਾ। ਕੋਈ ਦੇਵ ਪੂਜਾ ਤੂੰ ਕੀਤਾ ਕੋਈ ਨਾ, ਤੇ ਜਦੋਂ ਤੂੰ ਬੁੱਢਾ ਹੋ ਗਿਆ ਤੈਨੂੰ ਪਛਤਾਵਾ ਲੱਗੇਗਾ, ਫਿਰ ਤੂੰ ਪਛਤਾਉਣਾ ਹੈ। ਫਿਰ ਪਛਤਾਨਾ ਅਬ ਕਿਆ ਹੁਆ। ਭਗਤ ਕਬੀਰ ਜੀ ਕਹਿੰਦੇ ਨੇ ਆਸਾ ਰਾਗ ਵਿੱਚ, ਕਹਿੰਦੇ ਨੇ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ। ਵੀ 12 ਸਾਲ ਬਚਪਨ ਚ ਗਵਾ ਦਿੱਤੇ ਪਹਿਲੇ, ਫਿਰ 12 ਤੋਂ 32, ਜਿਹੜੇ 32 ਤੱਕ ਦਾ ਸਵਾਲ ਸੀ ਉਹ ਰਸਾ ਕਸਾਂ ਚ ਗੁਜ਼ਰ ਗਿਆ, ਅੱਗੋਂ ਜੰਜਾਲ ਬਣ ਗਏ, ਫਿਰ ਕਿੱਥੇ ਹੋਣਾ ਸੀ। ਫਿਰ 60 ਤੋਂ ਜਦੋਂ ਪਾਰ ਕਰ ਗਿਆ ਫਿਰ ਪਛਤਾਉਣ ਲੱਗ ਪੈਂਦਾ। ਭਗਤ ਜੀ ਕਹਿੰਦੇ 12 वर्ष बालपन बीते, 20 वर्ष कछ तप न कियो, 30 वर्ष कछ देव न पूजा, फिर पछताना बिरध प्यो। ਤੇ ਹੋਇਆ ਕੀ? ਮੇਰੀ ਮੇਰੀ ਕਰਤੇ ਜਨਮ ਗਿਓ, ਸਾਇਰ ਸੁਖ ਭੁਜੰਗ ਬਲਿਓ। ਸਰੀਰ ਦਾ ਸਮੁੰਦਰ ਸੁੱਕ ਗਿਆ ਔਰ ਬਾਹਾਂ ਦਾ ਤਾਕਤ ਖਤਮ ਹੋ ਗਈ, ਬਾਹਾਂ ਦੀ ਤਾਕਤ ਖਤਮ ਹੋ ਗਈ। ਇਹ ਤੇ ਇਉਂ ਹੈ। ਹੁਣ ਕੀ ਹੈ? ਬੰਦਾ ਵੱਟਾਂ ਪਾਈ ਜਾਂਦਾ ਹੈ, ਪਾਣੀ ਹੈ ਕੋਈ ਨਹੀਂ। ਦੱਸੋ ਜੀ, ਪਾਣੀ ਹੋਏਗਾ ਤਾਂ ਬਾਹਰ ਨਿਕਲੇਗਾ ਨਾ। ਪਾਲ ਸੁੱਕੇ ਸਰਵਰ ਪਾਲ ਬੰਧਾਵੇ, ਲੁੜੇ ਖੇਤ ਹੱਥ ਵਾਰ ਕਰੇ। ਖੇਤ ਵਿੱਚੋਂ ਖੇਤੀ ਵੱਢ ਲਈ ਤੇ ਹੁਣ ਵਾੜ ਕੀ ਕਰਨੀ ਹੈ? ਦੱਸੋ ਜੀ। ਵਾੜ ਤਾਂ ਕਰਨਾ ਕਿਸ ਨੂੰ ਬਚਾਉਣਾ ਹੈ, ਤੇ ਫਸਲ ਤਾਂ ਵੱਢ ਲਈ ਹੈ, ਖਾਲੀ ਖੇਤ ਨੂੰ ਵਾੜ ਕਰੀ ਜਾਣਾ। ਕਿੰਨਾ ਕੁ ਸਿਆਣਾ ਤੂੰ, ਕਿੰਨਾ ਕੁ ਸਿਆਣਾ ਮਨੁੱਖ। ਮਨੁੱਖ ਦੇ ਜੀਵਨ ਦੀ ਕਹਾਣੀ ਕੀ ਹੈ? ਕਹਿੰਦੇ ਆ ਫਿਰ ਦੇਖੀ ਤੇਰੀ ਜ਼ਿੰਦਗੀ ਦੀ ਹਾਲਤ ਕੀ ਹੈ। ਚਰਨ ਸੀਸ ਕਰ ਕੰਪਨ ਲੱਗੇ, ਸਿਰ ਪੈਰ ਹੱਥ ਕੰਬਣੇ ਸ਼ੁਰੂ ਹੋ ਜਾਂਦੇ ਨੇ, ਹੁਣ ਤਾਂ ਉੱਠ ਕੇ ਤੁਰਿਆ ਵੀ ਨਹੀਂ ਜਾਂਦਾ। ਨੈਣੀ ਨੀਰ ਅਸਾਰ ਵਹੈ, ਅਬ ਮੁਹਾਰੇ ਹੀ ਪਾਣੀ ਵਗਦਾ। ਅਸਾਰ ਆਪਣੇ ਆਪ ਪਾਣੀ ਕੱਢਦਾ ਥੋੜੀ ਹੈ, ਪਾਣੀ ਵਗਦਾ ਰਹਿੰਦਾ ਅੱਖਾਂ ਵਿੱਚੋਂ। ਹਾਲਾਤ ਤਾਂ ਮਨੁੱਖ ਦੀ ਹੋਈ ਹੈ ਨਾ। ਤੇ ਜਦੋਂ ਇਹ ਸਮਾਂ ਫਿਰ ਆਉਂਦਾ ਕੀ ਹੈ, ਉਹ ਆ ਜਾਂਦਾ ਫਿਰ ਲੈਣ ਲਈ। ਕੌਣ? ਜਿਹੜਾ ਮੌਤ ਦਾ ਸੁਨੇਹਾ ਸੀ ਉਹ ਆ ਗਿਆ। ਇਸ ਮੌਤ ਦੇ ਸੁਨੇਹੇ ਦੇ ਵਿੱਚੋਂ ਹੁਣ ਤੂੰ ਬਚ ਕੇ ਕਿਵੇਂ ਜਾਏਗਾ? ਕਿਉਂਕਿ ਬਚ ਕੇ ਜਾ ਨਹੀਂ ਸਕਦਾ। ਆਇਓ ਚੋਰ ਤੁਰੰਤ ਲੈ, ਮੇਰੀ ਰਾਖਤ ਮੁਗਧ ਫਿਰੇ।
ਮੂਰਖ ਜਿਹਾ ਫਿਰ ਉਹੀ ਕਰੀ ਜਾਂਦਾ। ਦੇਖੋ ਨਾ, ਸੁੱਕੇ ਸਰਵਰ ਪਾਲ ਬੰਧਾਵੇ, ਲੂਣੇ ਖੇਤ ਹਥਵਾਰ ਕਰੇ। ਤੇ ਕੀ ਹੋਇਆ? ਆਇਓ ਚੋਰ ਤੁਰੰਤ ਲੈ ਗਿਓ, ਮੇਰੀ ਰਾਖਤ ਮੁਗਧ ਫਿਰੇ। ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਵਹੇ। ਵਾਹ! ਜਿਹਵਾ ਬਚਨ ਸੁਧ ਨਹੀਂ ਨਿਕਸੈ, ਹੁਣ ਬੋਲਿਆ ਵੀ ਨਹੀਂ ਜਾਂਦਾ। ਤਬਰੇ ਧਰਮ ਕੀ ਆਸ ਕਰੇ। ਹੁਣ ਆਸ ਕਰਨ ਦਾ ਧਰਮ ਧਰਮ ਕਮਾ ਲਵਾਂ। ਜਿੰਨਾ ਚਿਰ ਸਰੀਰ ਸੀ ਉਹਦੇ ਦੇਰ ਤੱਕ ਤੂੰ ਰਸ-ਕਸ ਵਿੱਚ ਫਸਿਆ ਰਿਹਾ। ਫਿਰ ਫਾਥੀ ਹੈ। ਹੇ ਪਾਂਡੇ, ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖਣ ਤੋਂ ਬਿਨਾਂ ਗੱਡੀ ਨਹੀਂ ਚੱਲਣੀ। ਨਾ ਇਹ ਕਹਾਣੀ ਤੇਰੇ ਜੀਵਨ ਦੇ ਅੱਗੇ ਤੁਰੇਗੀ, ਕਿਉਂਕਿ ਮਨ ਦਾ ਨਾਮ ਲਿਖਣ ਤੋਂ ਬਿਨਾਂ ਤਾਂ ਜੀਵਨ ਜਿਹੜਾ ਅਜਾਈ ਤੁਰਿਆ ਜਾਂਦਾ ਹੈ। ਪਰ ਮੁੜ ਕੇ ਉਹ ਕੁਝ ਕਰਦਾ ਜੋ ਨਹੀਂ ਕਰਨੀ ਚਾਹੀਦਾ, ਉਹ ਕਰ ਰਿਹਾ। ਤੇ ਜੋ ਕਰਨਾ ਚਾਹੀਦਾ ਸੋ ਕੀਤਾ ਸੀ, ਕਿਆ ਕੀਤਾ ਨਹੀਂ। ਕਰਨੋ ਹੂ ਤੋ ਸੋ ਨਾ ਕੀਓ, ਉਹ ਕੀਤਾ ਹੀ ਨਹੀਂ। ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਨੇ ਵੀ ਕਰਨ ਵਾਲਾ ਕੰਮ ਨਹੀਂ ਕੀਤਾ, ਹੁਣ ਪਛਤਾਣਾ ਕੀ ਆ। ਕਹਿੰਦੇ ਫਿਰ ਲੋ ਜੀ ਹੁਣ ਕੀ ਹੋ ਗਿਆ, ਹਾਏ ਬਸ ਏਦਾਂ ਹੀ ਚਲਾ ਗਿਆ, ਸਭ ਕੁਝ ਰਹਿ ਗਿਆ, ਜੋ ਮੈਂ ਕਮਾਇਆ ਸੀ ਛੱਡ ਗਿਆ, ਕੀ ਹੋ ਗਿਆ। ਪਰ ਕਹਿੰਦੇ ਨੇ ਫਿਰ ਵੀ ਦੇਖੋ ਕਹਾਣੀ ਕੀ ਹੈ ਜੀਵਨ ਦੀ ਸਾਡੇ। ਸਤਿਗੁਰੂ ਕਹਿੰਦੇ ਨੇ, ਇਹ ਪਾਂਡੇ ਦੇਖ, ਫਾਥਾ ਚੋਗ ਚੁਗੇ, ਫਾਥਾ ਚੋਗ ਚੁਗੈ ਨਹੀਂ ਬੂਝੈ। ਇਹ ਪਾਂਡੇ, ਇਹ ਫਸਿਆ ਹੋਇਆ ਵੀ ਫਾਹੀ ਵਿੱਚ ਫਸਾਉਣ ਵਾਲਾ ਚੋਗਾ ਹੀ ਚੁਗੀ ਜਾਂਦਾ ਹੈ। ਜਿਹੜੇ ਚੋਗੇ ਨਾਲ ਫਸਿਆ ਸੀ ਨਾ, ਉਹੀ ਚੋਗਾ ਚੁਗੀ ਜਾਂਦਾ ਹੈ। ਜਾਲ ਵਿੱਚ ਫਸਿਆ ਹੋਇਆ ਫਿਰ ਵੀ ਇੱਕ ਛੋਟੀ ਜਿਹੀ ਕਹਾਣੀ ਸੀ ਜਿਹੜੀ ਸਾਨੂੰ ਆਮ ਸੁਣਾਇਆ ਕਰਦੇ ਸਨ ਵੀ ਕੁਝ ਕਬੂਤਰ ਸਨ, ਸ਼ਿਕਾਰੀ ਉਹਦਾ ਕਬੂਤਰਾਂ ਨੂੰ ਫੜਨਾ ਚਾਹੁੰਦਾ ਹੈ ਤੇ ਕਬੂਤਰ ਬੜੇ ਸਿਆਣੇ ਨੇ। ਉਹਨਾਂ ਨੇ ਇੱਕ ਪਾਠ ਪੜਿਆ ਹੋਇਆ ਹੈ, ਸ਼ਿਕਾਰੀ ਆਏਗਾ ਚੋਗਾ ਪਾਏਗਾ, ਅਸੀਂ ਫਸਾਂਗੇ ਨਹੀਂ। ਇਹ ਪਾਠ ਪੜਿਆ ਹੋਇਆ। ਸ਼ਿਕਾਰੀ ਨੇ ਦੇਖਿਆ ਬੜੇ ਸਿਆਣੇ ਕਬੂਤਰ ਨੇ, ਇਹ ਤਾਂ ਹਰ ਵੇਲੇ ਇਹਨਾਂ ਦੀ ਜ਼ੁਬਾਨ ਉਹੀ ਬੋਲੀ ਜਾਂਦੀ ਹੈ, ਸ਼ਿਕਾਰੀ ਆਏਗਾ ਚੋਗਾ ਪਾਏਗਾ, ਜਾਲ ਵਿਛਾਏਗਾ, ਅਸੀਂ ਫਸਾਂਗੇ ਨਹੀਂ। ਸ਼ਿਕਾਰੀ ਨੇ ਫਿਰ ਕਿਹਾ ਚਲੋ ਕੋਸ਼ਿਸ਼ ਕਰਕੇ ਵੇਖ ਲੈਣੀ ਚਾਹੀਦੀ ਹੈ। ਸ਼ਿਕਾਰੀ ਆਇਆ, ਚੋਗਾ ਖਿਲਾਰਿਆ, ਕਬੂਤਰ ਸਾਰੇ ਚੋਗਾ ਚੁਗਣ ਆ ਗਏ। ਫਿਰ ਬੜੀ ਜਾਂਦੇ, ਸ਼ਿਕਾਰੀ ਆਏਗਾ ਚੋਗਾ ਪਾਏਗਾ, ਜਾਲ ਵਿਛਾਏਗਾ, ਅਸੀਂ ਫਸਾਂਗੇ ਨਹੀਂ। ਚੋਗਾ ਚੁਗੀ ਜਾਂਦੇ ਨੇ, ਉਹਨੇ ਜਾਲ ਸੁੱਟਿਆ, ਸਾਰੇ ਫਸ ਗਏ। ਤੇ ਕਬੂਤਰ ਫਿਰ ਬੋਲੀ ਜਾਂਦੇ ਨੇ, ਸ਼ਿਕਾਰੀ ਆਏਗਾ ਚੋਗਾ ਪਾਏਗਾ, ਜਾਲ ਵਿਛਾਏਗਾ, ਅਸੀਂ ਫਸਾਂਗੇ ਨਹੀਂ। ਉਹਨੇ ਚੁੱਕਿਆ, ਪਿੱਛੇ ਮੋਢੇ ਤੇ ਮਾਰਿਆ, ਜਾਲ ਤੇ ਤੁਰ ਪਿਆ, ਤੇ ਕਬੂਤਰ ਉਹੀ ਪਹਾੜਾ ਪੜੀ ਜਾਂਦੇ ਨੇ। ਤੇ ਸਾਡੀ ਜ਼ਿੰਦਗੀ ਦੀ ਕਹਾਣੀ ਕੁਛ ਹੋਈ ਹੈ, ਫਸੇ ਹੋਏ ਵੀ ਜਾਲ ਵਿੱਚ ਅਸੀਂ ਉਹੀ ਚੋਗੇ ਦੀ ਗੱਲਾਂ ਪੜੀ ਜਾਂਦੇ ਹਾਂ। ਪਤਾ ਵੀ ਹੈ ਹਾਥਾ ਚੋਗ ਚੁਗੇ ਨਹੀਂ ਬੂਝੇ, ਫਿਰ ਵੀ ਸਮਝ ਨਹੀਂ ਹੈ ਕਰਨਾ ਕੀ ਹੈ, ਹੋਸ਼ ਹੀ ਨਹੀਂ ਹੈ, ਹੋਸ਼ ਕਰਦਾ ਹੀ ਨਹੀਂ। ਇਹ ਪਾਂਡੇ, ਇਹ ਕਾਂ ਦੀ ਬਿਰਤੀ ਵਾਲੇ ਜਿਹੜੇ ਮਨੁੱਖ ਨੇ, ਇਹ ਹਮੇਸ਼ਾ ਰਸਕਸ ਦੇ ਚੋਗੇ ਹੀ ਚੁਗਦੇ ਨੇ। ਕਊਆ ਲਫ਼ਜ਼ ਵਰਤਿਆ ਨਾ, ਬਗਲਾ ਤੇ ਕਾਂ ਦਾ ਸੁਭਾਅ ਇਸ ਤਰ੍ਹਾਂ ਦਾ ਹੈ ਕਿ ਕਦੇ ਉਹ ਮਾਨਸਰੋਵਰ ਦੇ ਮੋਤੀ ਨਹੀਂ ਚੁਗਦੇ, ਸਗੋਂ ਨੀਚ ਦੀ ਸੰਗਤ ਵਿੱਚ ਰਹਿਣਾ ਹੀ ਪਸੰਦ ਕਰਦੇ ਹਨ। ਮਾੜੀ ਸੰਗਤ ਵਿੱਚ, ਮਾੜੇ ਪਾਸੇ। ਉਹਨਾਂ ਦਾ ਖਾਣਾ ਬਗਲਾ ਦਾ ਖਾਣਾ ਡੱਡੀਆਂ ਤੇ ਹੁੰਦੀਆਂ ਨੇ, ਤੇ ਕਾਂ ਦਾ ਖਾਣਾ ਗੰਦਗੀ ਹੁੰਦੀ ਹੈ, ਵਿਸ਼ਟਾ ਹੈ, ਉਹਨੂੰ ਫੋਲਦਾ ਹੈ। ਬੈਠੇ ਧਰਮ ਸਥਾਨ ਤੇ ਵੀ ਹੋਣ, ਪਰ ਵਿਚਾਰਾਂ ਦੇ ਵਿੱਚ
ਉਹ ਗੰਦਗੀ ਖਾਣ ਦਾ ਸੁਭਾਅ ਨਹੀਂ ਮੁੱਕਦਾ। ਆਇਆ ਤਾਂ ਸੀ ਜਾਲ ਤੋੜਨ ਲਈ, ਜੰਜੀਰਾਂ ਨੂੰ ਤੋੜਨ ਦੇ ਲਈ, ਪਰ ਮਨੁੱਖ ਇਹ ਜੰਜੀਰਾਂ ਨੂੰ ਤੋੜਨਾ ਤਾਂ ਕੀ ਸੀ, ਉੱਥੇ ਬੈਠਾ ਹੋਇਆ ਵੀ ਉਹੀ ਤਰਕੀਬਾਂ ਲਾਈ ਜਾਂਦਾ ਹੈ। ਹਾਂ, ਹੁਣ ਇਹਦਾ ਗਲਾ ਕਿਵੇਂ ਘੁੱਟਣਾ ਹੈ, ਇਹਦਾ ਗਲਾ ਕਿਵੇਂ ਘੁੱਟਣਾ ਹੈ। ਜਾਲ ਵਿੱਚ ਫਸਿਆ ਹੋਇਆ ਹੋਰ ਜਾਲ ਬੁਣੀ ਜਾਂਦਾ। ਜੇ ਕਿਤੇ ਗੁਰੂ ਦਰ ਤੇ ਆ ਵੀ ਜਾਣ ਤਾਂ ਕੇਵਲ ਸਰੀਰ ਕਰਕੇ ਹੀ ਆਉਂਦੇ ਨੇ ਇਹੋ ਜਿਹੇ ਬੰਦੇ। ਉਹਨਾਂ ਦੇ ਵਿਚਾਰ ਨਹੀਂ ਹੁੰਦੇ, ਨਾ ਉਹਨਾਂ ਦੀ ਸੋਚ ਵਿੱਚ ਗੁਰੂ ਦੇ ਦਰ ਤੇ ਆਉਣਾ ਹੁੰਦਾ ਹੈ। ਉਹਨਾਂ ਦਾ ਚਿੱਤ ਤਾਂ ਕਿਤੇ ਦਾ ਕਿਤੇ ਹੋਰ ਤੁਰਿਆ ਫਿਰਦਾ ਹੈ। ਬਸ ਜਦੋਂ ਉੱਥੋਂ ਉੱਠਦੇ ਨੇ, ਫਿਰ ਜਾ ਕੇ ਮੁਰਦਾਰ ਜਾਂ ਗੰਦ ਨੂੰ ਜਾ ਕੇ ਮੂੰਹ ਮਾਰਦੇ ਨੇ, ਫਿਰ ਫਾਥਾ ਚੋਗ, ਬਸ ਉਸੇ ਗੰਦ 'ਚ ਮੂੰਹ ਪਾਉਂਦੇ ਨੇ। ਇਹਨਾਂ ਨੂੰ ਇਹ ਗੱਲ ਦੀ ਸਮਝ ਹੀ ਨਹੀਂ ਹੈ, ਇਸ ਗੱਲ ਦੀ ਇਹਨਾਂ ਨੂੰ ਪਤਾ ਹੀ ਨਹੀਂ ਵੀ ਅਸੀਂ ਜੀਵਨ ਵਿੱਚ ਕਰਨਾ ਕੀ ਹੈ। ਇਸ ਗੱਲ ਦੀ ਸੋਝ ਹੀ ਨਹੀਂ ਹੋਈ ਉਹਨਾਂ ਨੂੰ। ਇਹ ਪਤਾ ਹੀ ਨਹੀਂ ਵੀ ਜਿੱਥੇ ਜਿਸ ਗੁਰੂ ਨੂੰ ਮਿਲ ਕੇ ਬਿਰਤੀ ਹੰਸ ਵਾਲੀ ਬਣਨੀ ਸੀ, ਉਸ ਗੁਰੂ ਦੇ ਕੋਲ ਬੈਠ ਕੇ ਵੀ ਸਾਡੇ ਵਿਚਾਰ ਜਿਹੜੇ ਨੇ ਉਹ ਚੋਗਾ ਚੁਗਣ ਵਾਲੇ ਹੀ ਰਹਿ ਗਏ। ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਰਾਮਕਲੀ ਰਾਗ ਦੇ ਇੱਕ ਬਚਨ ਲਿਖਿਆ, ਕਹਿੰਦੇ ਨੇ ਇੱਕ ਆਪਣੇ ਸੁਆਏ ਆਏ ਬਹੇ ਗੁਰ ਆਗੇ। ਇੱਕ ਆਪਣੇ ਸੁਆਏ ਆਏ ਬਹੇ ਗੁਰ ਆਗੇ, ਆ ਕੇ ਬਹਿ ਗਏ ਆਪਣੇ ਮਤਲਬ ਲਈ। ਜੋ ਬਗਲ ਸਮਾਧ ਲਗਾਈ ਹੈ, ਜਿਵੇਂ ਬਗਲੇ ਨੇ ਸਮਾਧੀ ਲਾਈ ਹੁੰਦੀ ਨਾ, ਜਿਹਦਾ ਪ੍ਰਮਾਣ ਅਸੀਂ ਆਮ ਹੀ ਦਿੰਦੇ ਹਾਂ, ਬੱਗਾ ਬੱਗੇ ਕੱਪੜੇ ਤੀਰਥ ਮੰਝ ਵਸਨ, ਕੁਟਕੁਟ ਜੀਆਂ ਖਾਵਨੇ ਬੱਗੇ ਨਾ ਕਹੀਨ। ਅਸੀਂ ਆਮ ਇੱਕ ਪ੍ਰਮਾਣ ਵਰਤਦੇ ਹਾਂ। ਤਾਂ ਗੁਰੂ ਪਾਤਸ਼ਾਹ ਜਿਹੜੀ ਗੱਲ ਕਹਿੰਦੇ ਨੇ ਇਹ ਦੇਖੋ ਇਹਨਾਂ ਦਾ ਸੁਭਾਅ, ਇਹ ਤਾਂ ਬਗਲੇ ਦੀ ਸਮਾਧੀ ਹੈ, ਕਿਉਂਕਿ ਇਹਨਾਂ ਚੁਗਣਾ ਚੋਗਾ ਹੀ ਹੈ। ਕਿਉਂਕਿ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖਿਆ ਹੀ ਨਹੀਂ। ਜਦ ਤੱਕ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਲਿਖਦੇ ਨਹੀਂ, ਸਤਿਗੁਰੂ ਨੂੰ ਅੱਖਾਂ ਨਾਲ ਵੇਖਦੇ ਨਹੀਂ, ਉਹ ਅੱਖਾਂ ਤਾਂ ਬੰਦ ਕੀਤੀਆਂ ਹੋਈਆਂ ਨੇ ਜਿਹਨਾਂ ਅੱਖਾਂ ਨਾਲ ਗੁਰੂ ਦਿਸਣਾ ਸੀ। ਅਸਲੀਅਤ ਸਮਝ ਹੀ ਨਹੀਂ ਆ ਰਹੀ, ਸੱਚ ਕੀ ਹੈ ਝੂਠ ਕੀ ਹੈ ਇਸ ਗੱਲ ਦਾ ਨਿਰਣਾ ਕੋਈ ਨਹੀਂ, ਚੰਗਾ ਕੀ ਹੈ ਮਾੜਾ ਕੀ ਹੈ ਇਸ ਗੱਲ ਦੀ ਪਰਖ ਕੋਈ ਨਹੀਂ। ਇਹਨਾਂ ਦਾ ਕੰਮ ਸੁਭਾਅ ਤਾਂ ਚੋਗਾ ਚੁਗਣਾ ਹੈ। तो साहब जी कहते देखो, एक अपने सुआए आए बहे गुर आगे, जो बगल समाध लगाई है। फिर कहते बगला काग नीच की संगत जाए करंग बिखो मुख लाइए। उन्हें जाके मुर्दार ते बहना है, उन्हें जाके गंदगी ते बहना है। नानक मेल मेल प्रभ संगत मिल संगत हंस कराई है। यह जो गुरु मिल जाए ता, जो गुरु मिल जाए ता, गुरु पातशाह कहते ने सतगुरु मिले तो आखी सूझे, हाथा चोग चुगे नहीं बूझे। पर जे गुरु मिल जाए सचमुच, जे अंदरों एहसास हो जाए अपने कीते हुए पापां दा, अपने कीते हुए गुनाहां दा, अपने कीते हुए कर्मां दा जे एहसास हो जाए, तो फिर कहते ने अखां दे नाल, आखी ना मतलब अखां नाल, आखी नहीं आखी, अखां दे नाल की असलीयत दिस पैंदी है। हुण तां असलीयत ही नहीं ना दिसदी, चुगा चुगदियां भी कही जांदा लै मैं तां मौजां कर रहा मौजां, मेरे वर्गा जिंदगी च किहड़ा सुखी है। चुगा चुगी जाता है, फिर फाही फासे कौआ वाली विस्ता ते पहुंचा होया, फिर भी कहता नहीं मेरे वर्गा कौन है। ज्ञान दा दाता है गुरु,
ਜਿਹਦੇ ਕੋਲੋਂ ਸਾਨੂੰ ਜੀਵਨ ਦੀ ਜਾਚ ਸਮਝ ਆਉਣੀ ਹੈ, ਜੇ ਗਿਆਨ ਦੇ ਦਾਤੇ ਕੋਲੋਂ ਜਿਹਨੇ ਸਾਡੀਆਂ ਬੰਦ ਅੱਖਾਂ ਨੂੰ ਖੋਲਣਾ ਹੈ। ਅਸੀਂ ਆਪਣਾ ਬੰਦ ਅੱਖਾਂ ਨੂੰ ਖੋਲਣ ਦੀ ਜਾਚ ਨਹੀਂ ਸਿੱਖੀ, ਬਗਲੇ ਵਰਗੀ ਸਮਾਧੀ ਲਾ ਕੇ ਹੀ ਬੈਠੇ ਰਹੇ, ਫਿਰ ਗੁਰੂ ਦੇ ਕੋਲ ਬੈਠ ਕੇ ਵੀ ਗੁਰੂ ਦੀ ਸੰਗਤ ਨਸੀਬ ਨਾ ਹੋਈ। ਬੈਠੇ ਗੁਰੂ ਦੇ ਕੋਲ ਹੀ ਹਾਂ, ਪਰ ਗੁਰੂ ਦੀ ਸੰਗਤ ਨਸੀਬ ਨਹੀਂ ਹੋਈ, ਕਿਉਂਕਿ ਸਮਾਧੀ ਬਗਲੇ ਵਰਗੀ ਹੈ, ਅੰਦਰ ਸੋਚ ਗਲਤ ਹੈ। ਇਹਦਾ ਮਤਲਬ ਇਹ ਹੈ, ਗੁਰੂ ਕੋਲ ਜਦੋਂ ਬੈਠੀਏ ਆਪਣੀ ਸੋਚ ਨੂੰ ਤਾਲਾ ਲੌਕ ਕਰ ਦੇਣਾ ਚਾਹੀਦਾ, ਫਿਰ ਗੁਰੂ ਦੀ ਸੋਚ ਲੈਣੀ ਚਾਹੀਦੀ ਹੈ, ਕਿਉਂਕਿ ਗੁਰੂ ਦੀ ਸੋਚ ਤੋਂ ਬਿਨਾ ਅਸੀਂ ਸੰਸਾਰ ਦੀ ਅਸਲੀਅਤ ਨੂੰ ਸਮਝ ਨਹੀਂ ਸਕਦੇ। ਆਪਣੀ ਸਿਆਣਪ ਨਾਲ, ਆਪਣੀ ਚਲਾਕੀ ਨਾਲ, ਆਪਣੇ ਬਹੁਤ ਚਤੁਰਾਈਆਂ ਦੇ ਨਾਲ ਅਸੀਂ ਜਾਲ ਵਿੱਚ ਹੀ ਵੱਜਾਂਗੇ, ਤੇ ਗੁਰੂ ਦੀ ਸੋਚ ਤੋਂ ਬਿਨਾ, ਗੁਰੂ ਦੇ ਮਾਰਗ ਵਿੱਚ ਚੱਲਣ ਤੋਂ ਬਿਨਾ ਅਸੀਂ ਕਦੀ ਵੀ ਇਸ ਫਾਹੀ ਤੋਂ ਨਹੀਂ ਬਚ ਸਕਦੇ। ਤੋ ਸਾਹਿਬ ਜੀ ਕਹਿੰਦੇ ਨੇ, ਇਹ ਭਾਂਡੇ ਦੇਖ, ਇਹ ਕਾਲੀਆਂ ਕਰਤੂਤਾਂ ਵਾਲਾ ਬੰਦਾ ਮੁੜ ਮੁੜ ਕੇ ਫਾਹੀ ਵਿੱਚ ਫਸਦਾ ਹੈ, ਫਸ ਕੇ ਪਛਤਾਉਂਦਾ ਵੀ ਹੈ, ਪਰ ਫਿਰ ਨਿਕਲਣ ਦਾ ਰਸਤਾ ਕੋਈ ਨਹੀਂ, ਨਿਕਲਦਾ ਨਹੀਂ। ਫਿਰ ਕਹਿੰਦਾ ਹੈ ਕਿ ਹੋ ਕੀ ਗਿਆ, ਮੇਰੇ ਨਾਲ ਕੀ ਵਾਪਰ ਗਿਆ। ਵਾਪਰਨਾ ਕੀ ਸੀ, ਉਹ ਤਾਂ ਵਾਪਰ ਗਿਆ ਜੋ ਵਾਪਰਨਾ ਸੀ, ਕਿਉਂਕਿ ਜਾਲ ਜਿਹੜਾ ਹੈ ਉਹਦੇ ਵਿੱਚ ਫਸ ਗਿਆ। ਫਿਰ ਕਹਿੰਦੇ ਫਸਿਆ ਹੋਇਆ ਵੀ ਹੋਸ਼ ਨਹੀਂ ਕਰਦਾ, ਉਹ ਚੋਗਾ ਦਾ ਸੁਭਾਅ ਫਿਰ ਵੀ ਨਹੀਂ ਜਾਂਦਾ। ਫਾਹੀ ਵਿੱਚ ਫਸਾਉਣ ਵਾਲਾ ਚੋਗਾ ਚੁਗੀ ਜਾਂਦਾ। ਦੁਨੀਆ ਦੇ ਪਦਾਰਥਾਂ ਤੋਂ ਮਮਤਾ ਹਟਦੀ ਨਹੀਂ, ਤੇ ਫਿਰ ਕਹਿੰਦੇ ਹੋਸ਼ ਕਰਦਾ ਹੀ ਨਹੀਂ, ਬੂਝੇ ਦਾ ਮਤਲਬ ਪਤਾ ਹੀ ਨਹੀਂ, ਸਮਝ ਹੀ ਨਹੀਂ। ਪਰ ਸਤਿਗੁਰ ਮਿਲੈ ਤਾਂ ਅੱਖੀਂ ਸੂਝੈ। ਭੋਲਿਆ, ਜੇ ਗੁਰੂ ਮਿਲ ਜਾਏ ਤਾਂ ਫਿਰ ਇਹਨੂੰ ਅੱਖਾਂ ਦੇ ਨਾਲ ਅਸਲੀਅਤ ਦਿਸ ਪੈਂਦੀ ਹੈ, ਅੱਖਾਂ ਦੇ ਨਾਲ ਅਸਲੀਅਤ ਪਤਾ ਲੱਗ ਜਾਂਦੀ ਹੈ ਕਿ ਗੁਰੂ ਨੇ ਗਿਆਨ ਦੇ ਨੇਤਰ ਖੋਲ ਦਿੱਤੇ ਹਨ। ਜੇ ਗੁਰੂ ਮਿਲੇ ਤਾਂ, ਪਰ ਗੁਰੂ ਦੇ ਨੇੜੇ ਹੀ ਨਹੀਂ ਜਾਣਾ ਚਾਹੁੰਦਾ, ਗੁਰੂ ਦਾ ਮਿਲੇਗਾ ਕਿਵੇਂ। ਬੰਦਾ ਜੇ ਗੁਰੂ ਦੇ ਨੇੜੇ ਬੈਠ ਕੇ ਵੀ ਬਗਲੇ ਵਾਂਗੂ ਹੀ ਬੈਠਾ ਹੈ ਤੇ ਕਿਵੇਂ ਗੁਰੂ ਸੁਭਾਅ ਬਦਲ ਦੇਵੇਗਾ। ਤਾਂ ਸਾਹਿਬ ਜੀ ਕਹਿੰਦੇ ਨੇ, ਇਹ ਪਾਂਡੇ, ਇਹ ਭੈੜੀ ਮਾੜੀ, ਭੈੜੀ ਮੱਤ, ਭੈੜੀਆਂ ਚੀਜ਼ਾਂ ਦਾ ਚੋਗਾ ਚੁਗਣ ਦੇ ਜਿਹੜਾ ਰਸਤਾ ਨਾ, ਇਹਦੇ ਤੇ ਤੁਰਨ ਵਾਲਾ ਬੰਦਾ ਬੜਾ ਬਦਕਿਸਮਤ ਹੈ। ਇਹਨਾਂ ਦੀ ਅਕਲ ਵੀ ਜਿਹੜੀ ਆ ਘਟ ਜਾਂਦੀ ਹੈ, ਅਕਲ ਨੂੰ ਤਾਲਾ ਲੱਗ ਜਾਂਦਾ ਹੈ। ਪ੍ਰਭੂ ਦਾ ਨਾਮ ਦੀ ਕਿਤੇ ਗੱਲ ਇਹਨਾਂ ਨੂੰ ਸੁਣਾ ਦਿਓ ਤਾਂ ਇਹਦੇ ਅੰਦਰ ਕ੍ਰੋਧ ਦੇ ਗੁੱਸੇ ਦੇ ਭਾਂਬੜ ਮੱਚ ਜਾਂਦੇ ਆ। ਇਹ ਕਿਹੜੀ ਗੱਲਾਂ ਕਰੀ ਜਾਂਦਾ, ਕਿਉਂ ਮੇਰਾ ਸਮਾਂ ਖਰਾਬ ਕਰ, ਨਹੀਂ ਤਾਂ ਮੈਂ ਇੰਨਾ ਪੈਸਾ ਕਮਾ ਲੈਣਾ ਸੀ, ਕਿਉਂ ਰੱਬ ਦੇ ਘਰ ਦੀ ਗੱਲ ਹੀ ਐਵੇਂ 1 ਘੰਟਾ ਕਥਾ ਸੁਣੀ ਜਾਣੀ ਹੈ, 1 ਘੰਟਾ ਲੈਕਚਰ ਸੁਣੀ ਜਾਣਾ, ਕੀਰਤਨ ਸੁਣਾਂਗੇ, ਇੰਨੇ ਸਮੇਂ ਤੋਂ ਇੰਨਾ ਪੈਸਾ ਕਮਾ ਲੈਂਦਾ, ਇੰਨਾ ਪੈਸਾ ਇਕੱਠਾ ਕਰ ਲੈਂਦਾ। ਬੰਦੇ ਦਾ ਸੁਭਾਅ ਹੈ। ਕਾਂ ਦੇ ਅੱਗੇ ਕਈ ਪ੍ਰਕਾਰ ਦੇ ਸਵਾਦਲੇ ਭੋਜਨ ਵੀ ਰੱਖ ਦਈਏ ਨਾ, ਉਹ ਖਾਂਦਾ ਨਹੀਂ, ਉਹਨੂੰ ਖਾਣ ਦੀ ਥਾਂ ਤੇ ਜਾ ਕੇ ਵਿਸ਼ਟਾ ਵਿੱਚ ਗੰਦਗੀ ਵਿੱਚ ਹੀ ਚੁੰਝ ਮਾਰਦਾ, ਖੁਸ਼ ਉੱਥੇ ਹੀ ਹੁੰਦਾ ਹੈ। ਕਾਂ ਦਾ ਜਿਹੜਾ ਸੁਭਾਅ ਹੈ ਉਹ ਹੈ। ਇਸੇ ਕਰਕੇ ਉਹਨੂੰ ਕਊਆ ਲਫ਼ਜ਼ ਵਰਤਿਆ ਗੁਰੂ ਸਾਹਿਬ ਜੀ ਨੇ, ਲਫ਼ਜ਼ ਵਰਤਿਆ ਕਊਆ। ਉਹਨਾਂ ਨੂੰ ਇਹ ਸਮਝ ਹੀ ਨਹੀਂ ਆਉਂਦੀ, ਇਸ ਸੁਭਾਅ ਵਾਲੇ ਬੰਦੇ ਇਹ ਗੱਲ ਸਮਝ ਨਹੀਂ ਆਉਂਦੀ ਕਿ ਸਦਾ ਕਾਇਮ ਰਹਿਣ ਵਾਲਾ ਜਿਹੜਾ ਪਰਮੇਸ਼ਰ ਹੈ, ਹਰੀ ਦਾ ਨਾਮ ਜਪਣ ਨਾਲ ਸਤਿਗੁਰੂ ਆਤਮਿਕ ਜੀਵਨ ਦੇਣ ਦਾ, ਸਾਨੂੰ ਆਤਮਿਕ ਜੀਵਨ ਬਖਸ਼ ਦਿੰਦਾ ਹੈ। ਇਹ ਗੱਲ ਦੀ ਸਮਝ ਹੀ ਨਹੀਂ ਹੈ। ਉਹ ਸਮਝਦੇ ਨਹੀਂ ਵੀ ਗੁਰੂ ਤਾਂ ਨਾਮ ਜਲਦਾ ਇੱਕ ਸਰੋਵਰ ਹੈ, ਭਰਿਆ ਹੋਇਆ ਸਾਗਰ ਹੈ, ਉਹ ਤਾਂ ਰਤਨਾਂ ਨਾਲ ਭਰੀ ਹੋਈ ਇੱਕ ਖਾਨ ਹੈ। ਇਹ ਗੱਲ ਨਹੀਂ ਸਮਝਦਾ, ਇਹ ਗੱਲ ਉਹਨੂੰ ਸਮਝ ਨਹੀਂ ਆਉਂਦੀ। ਉਹਨੂੰ ਇਹ ਨਹੀਂ ਪਤਾ ਇਸ ਗੁਰੂ ਦੇ ਸਰੋਵਰ ਵਿੱਚ ਨਹਾਤੇ ਨਾਲ, ਨਹਾਉਣ ਨਾਲ, ਰਸ-ਕਸ ਦੀ ਗੰਦਗੀ ਵਿੱਚ ਹਮੇਸ਼ਾ ਖੁਸ਼ ਰਹਿਣ ਵਾਲਾ ਮਨੁੱਖ ਜਿਹੜਾ
ਉਹ ਵੀ ਫਿਰ ਹੰਸ ਬਿਰਤੀ ਵਾਲਾ ਬਣ ਜਾਂਦਾ ਹੈ। ਜੇ ਗੁਰੂ ਦੇ ਸਰੋਵਰ ਵਿੱਚ ਨਹਾਉਣ ਨਾਲ, ਇਸ ਨਾਮ ਰੂਪੀ ਸਰੋਵਰ ਵਿੱਚ ਗੁਰੂ ਦੇ ਇਸ਼ਨਾਨ ਕਰਨ ਦੇ, ਗੁਰੂ ਦੇ ਇਸ ਸਰੋਵਰ ਵਿੱਚ ਇਸ਼ਨਾਨ ਕਰਨ ਦੇ ਨਾਲ ਫਿਰ ਕਊਆ ਹੰਸ ਦੀ ਬਿਰਤੀ ਹੋ ਜਾਂਦੀ ਹੈ। ਸ਼ਕਲ ਨਹੀਂ ਬਦਲਦੀ, ਵਿਚਾਰ ਬਦਲ ਗਏ। ਜਿਵੇਂ ਕੱਲ ਆਪਾਂ ਸੁਣਿਆ ਸੀ, ਮਨੁੱਖ ਸ਼ਕਲ ਨਹੀਂ ਬਦਲੀ, ਸੁਭਾਅ ਬਦਲ ਗਿਆ, ਦੇਵਤਾ ਸੁਭਾਅ ਹੋ ਗਿਆ। ਦੇਵਤਾ ਕਿਹੜਾ ਚੰਗਾ ਮਨੁੱਖ, ਵਧੀਆ ਗੁਣਾਂ ਵਾਲਾ। ਗੁਰੂ ਦੇ ਇਸ ਸਰੋਵਰ ਵਿੱਚ ਨਹਾਉਣ ਨਾਲ, ਇਸ਼ਨਾਨ ਕਰਨ ਦੇ ਨਾਲ, ਆਤਮਿਕ ਚੁੱਭੀ ਲਾਉਣ ਦੇ ਨਾਲ ਰਸ-ਕਸ ਦੀ ਗੰਦਗੀ ਵਿੱਚ ਜਿਹੜਾ ਹਮੇਸ਼ਾ ਫਸਿਆ ਹੋਇਆ ਚੋਗਾ ਚੁਗਦਾ ਹੈ, ਉਹ ਮਨੁੱਖ ਵੀ ਇਸ ਚੋਗੇ ਦੇ ਚੁਗਣ ਦੇ ਸੁਭਾਅ ਤੋਂ ਛੁੱਟ ਜਾਂਦਾ ਹੈ। ਕਿਉਂਕਿ ਅੱਖਾਂ ਸਾਹਮਣੇ ਗਿਆਨ ਹੋ ਜਾਂਦਾ ਅਸਲੀਅਤ ਕੀ ਹੈ। ਉਹ ਮਨੁੱਖ ਹਰੀ ਨਾਮ ਦਾ ਪ੍ਰੇਮੀ ਬਣ ਜਾਂਦਾ ਹੈ, ਉਹਨੂੰ ਪਤਾ ਸਮਝ ਆ ਜਾਂਦੀ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਦਾ ਇੱਕ ਬਚਨ ਆਉਂਦਾ ਗੁਜਰੀ ਰਾਗ ਵਿੱਚ, ਕਹਿੰਦੇ ਦੁਰਮਤ ਭਾਗ ਹੀਨ ਮਤ ਫੀਕੇ। ਭੈੜੀ ਮਤ ਵਾਲੇ, ਦੁਰਮਤ ਦਾ ਮਤਲਬ ਭੈੜੀ ਮਤ ਵਾਲੇ। ਦੁਰਮਤ ਭਾਗ ਹੀਨ ਮਤ ਫੀਕੇ, ਨਾਮ ਸੁਨਤ ਆਵੈ ਮਨ ਰੋਹੈ। ਭੈੜੀ ਮਤ ਵਾਲੇ, ਬਦਕਿਸਮਤ, ਭੈੜੀ ਮਤ ਵਾਲੇ ਬਦਕਿਸਮਤ ਬੰਦੇ ਜਿਹੜੇ ਨੇ, ਕਹਿੰਦੇ ਨੇ ਨਾਮ ਸੁਣਦੇ ਹੀ ਉਹਨਾਂ ਨੂੰ ਗੁੱਸਾ ਆ ਜਾਂਦਾ, ਅੱਗ ਬਬੂਲਾ ਹੋ ਜਾਂਦੇ ਨੇ, ਅੱਗ ਵਰਗੇ। ਕਊਆ ਕਾਗ ਕੋ ਅੰਮ੍ਰਿਤ ਰਸ ਪਾਈਐ, ਤ੍ਰਿਪਤੇ ਵਿਸ਼ਟਾ ਖਾਏ ਮੁਖ ਗੁਹੈ। ਕਹਿੰਦੇ ਹੁਣ ਜੇ ਕਾਂ ਦਾ ਕੀ ਹੈ, ਉਹਦੇ ਅੱਗੇ ਅੰਮ੍ਰਿਤ ਵਰਗੇ ਭੋਜਨ ਰੱਖ ਦਿਓ ਤਾਂ ਉਹ ਖਾਂਦਾ, ਗੋਹੇ ਵਿੱਚ ਗੰਦਗੀ ਦੇ ਵਿੱਚ ਹੀ ਮੂੰਹ ਮਾਰੇਗਾ। ਕਦੀ ਹੁੰਦਾ। ਪਰ ਸਾਹਿਬ ਜੀ ਅੱਗੇ ਜਾ ਕੇ ਕਹਿੰਦੇ ਅੰਮ੍ਰਿਤ ਸਰ ਸਤਗੁਰ ਸਤਵਾਦੀ, ਜਿਤ ਨਹਾਵੇ ਕਊਆ ਹੰਸ ਹੋਹੈ। ਉਹ ਹੈ ਜਿਤ ਨਹਾਉਣ ਦੇ ਨਾਲ, ਇਸ਼ਨਾਨ ਕਰਨ ਦੇ ਨਾਲ, ਕਿਹੜੇ ਚ? ਗੁਰੂ ਦੇ ਸਰੋਵਰ ਵਿੱਚ। ਉਹ ਕਿਹੜਾ ਸਰੋਵਰ ਹੈ? ਬਾਣੀ ਦਾ, ਨਾਮ ਦਾ। ਇਹ ਜਿਹੜਾ ਕਾਂ ਵਰਗਾ ਸੁਭਾਅ ਸੀ, ਉਨੀ ਦੇਰ ਦੂਰ ਨਹੀਂ ਹੋਣਾ, ਜਿੰਨੀ ਕਾਂ ਦੀ ਬਿਰਤੀ ਨਹੀਂ ਮੁੱਕਣੀ, ਜਦ ਤੱਕ ਗੁਰੂ ਦੇ ਨਾਮ ਦੇ ਸਰੋਵਰ ਵਿੱਚ ਅੰਦਰਲਾ ਇਸ਼ਨਾਨ ਨਹੀਂ ਹੁੰਦਾ। ਬਾਹਰਲੇ ਇਸ਼ਨਾਨ ਤਾਂ ਅਸੀਂ ਬਹੁਤ ਕਰ ਲਏ, ਪਰ ਅੰਦਰ ਦਾ ਇਸ਼ਨਾਨ ਨਾ ਕੀਤਾ। ਅੰਦਰ ਦਾ ਇਸ਼ਨਾਨ ਤਾਂ ਇਸ ਨਹਾਉਣ ਦੇ ਨਾਲ ਹੰਸ ਬਣ ਜਾਣਾ ਹੈ, ਕਿਉਂਕਿ ਗੁਰੂ ਦਾ ਸਾਗਰ ਭਰਿਆ ਰਤਨਾਂ ਨਾਲ ਹੈ। ਉਹਨਾਂ ਦੇ ਵੱਡੇ ਭਾਗ ਹਨ ਜਿਹੜੇ ਇਸ ਗੁਰੂ ਦੇ ਸਾਗਰ ਵਿੱਚ, ਨਾਮ ਦੇ ਸਾਗਰ ਦੀਆਂ ਚੁੱਭੀਆਂ ਮਾਰਦੇ ਹਨ ਤੇ ਨਾਮ ਦੇ ਰਤਨ ਕੱਢ ਕੇ ਆਪਣੀ ਜ਼ਿੰਦਗੀ ਵਿੱਚ ਸਜਾ ਲੈਂਦੇ ਹਨ। ਉਹਨਾਂ ਦੇ ਵੱਡੇ ਭਾਗ ਹਨ। ਤੇ ਸਾਹਿਬ ਜੀ ਬਚਨ ਕਰਦੇ, ਸਤਿਗੁਰ ਮਿਲੇ ਤਾਂ ਅੱਖੀ ਸੂਝੈ। ਪਰ ਅੱਗੇ ਹੁਣ ਪਾਤਸ਼ਾਹ ਜੀ ਨੇ ਫਿਰ ਉਹੀ ਕਹਾਣੀ ਤੁਰਾਤੀ, ਮੱਛੀ ਦੀ ਉਦਾਹਰਨ ਦਿੱਤੀ। ਜੋ ਮਛਲੀ ਫਾਥੀ ਜਮ ਜਾਲ, ਬਿਨ ਗੁਰਦਾਤੇ ਮੁਕਤ ਨਾ ਭਾਲ। ਲੋ ਜੀ, ਮੱਛੀ ਜਿਵੇਂ, ਜੋ ਮਛਲੀ ਫਾਥੀ, ਜਮ ਦਾ ਮੌਤ ਲਿਆਉਣ ਵਾਲਾ ਜਾਲ। ਜਮ ਦਾ ਜਾਲ ਦਾ ਮਤਲਬ ਮੌਤ ਲਿਆਉਣ ਵਾਲੀ ਫਾਹੀ, ਮੌਤ ਲਿਆਉਣ ਵਾਲਾ ਜਾਲ। ਕਿੰਨੀਆਂ ਮੱਛੀ ਮੌਜਾਂ ਕਰਦੀ ਹੈ ਸਰੋਵਰਾਂ ਵਿੱਚ, ਸਾਗਰਾਂ ਵਿੱਚ, ਆਜ਼ਾਦ ਹੈ, ਮੌਜਾਂ ਕਰਦੀ ਹੈ। ਪਰ ਝੀਵਰ ਜਦੋਂ ਆਉਂਦਾ ਨਾ, ਇਹ ਸਮਝਦੀ ਨਹੀਂ। ਅਚੇਤ ਤੇ ਅਣਜਾਣ ਇਹ ਮੱਛੀ ਪਾਣੀ 'ਚ ਜਿਹੜੀਆਂ ਮੌਜਾਂ ਕਰਦੀ ਹੈ, ਇਹ ਨਹੀਂ ਸਮਝਦੀ ਕਿ ਇਹ ਜਿਹੜਾ ਜਾਲ ਸੁੱਟਿਆ ਮੇਰੀ ਮੌਤ ਦਾ ਕਾਰਨ ਬਣ ਜਾਏਗਾ। ਇਹ ਗੱਲ ਸਮਝਦੀ ਨਹੀਂ।
ਨਾ ਹੀ ਉਹਨੇ ਡੂੰਘੇ ਖਾਰੇ ਸਮੁੰਦਰ ਨੂੰ ਹੀ ਸਮਝਿਆ ਜਿਹਦੇ ਵਿੱਚ ਉਹ ਮੌਜਾਂ ਕਰਦੀ ਸੀ, ਵੀ ਜੇਕਰ ਮੈਂ ਸਮੁੰਦਰ ਦੇ ਵਿੱਚ ਟਿਕੀ ਰਵਾਂ, ਜਾਲ ਦੀ ਪਰਵਾਹ ਨਾ ਕਰਾਂ, ਤਾਂ ਮੇਰਾ ਜੀਵਨ ਹੈ ਬਚ ਸਕਦਾ। ਜੇ ਮੱਛੀ ਸਾਗਰ ਦੀ ਡੂੰਘਾਈ ਨੂੰ ਸਮਝ ਲੈਂਦੀ, ਨਾ ਉਹਨੇ ਸਾਗਰ ਦੀ ਅਸਲੀਅਤ ਸਮਝੀ ਤੇ ਨਾ ਉਹਨੇ ਜਾਲ ਦੀ ਅਸਲੀਅਤ ਸਮਝੀ। ਜੇ ਜਾਲ ਦੀ ਅਸਲੀਅਤ ਸਮਝਦੀ ਉਹਦੇ ਚ ਫਸਦੀ ਨਾ, ਜੇ ਸਾਗਰ ਦੀ ਸਮਝ ਲੈਂਦੀ ਤਾਂ ਉਹ ਤੋਂ ਜੁਦਾ ਨਾ ਹੁੰਦੀ। ਕਿ ਸਾਡਾ ਹਾਲ ਉਸ ਮੱਛੀ ਵਰਗਾ ਨਹੀਂ? ਨਾ ਅਸੀਂ ਗੁਰੂ ਸਾਗਰ ਦੀ ਡੂੰਘਾਈ ਨੂੰ ਸਮਝਿਆ ਤੇ ਨਾ ਅਸੀਂ ਬਾਹਰਲੇ ਪਦਾਰਥਾਂ ਦੇ ਚੋਗੇ ਦੇ ਜਾਲ ਨੂੰ ਸਮਝਿਆ। ਕਿ ਅਸੀਂ ਨਹੀਂ ਫਸੇਗੇ? ਅਸੀਂ ਵੀ ਤਾਂ ਉਸ ਮੱਛੀ ਵਰਗੇ ਹੀ ਆ ਨਾ। ਨਾ ਅਸੀਂ ਉਸ ਅਸਲੀਅਤ ਨੂੰ ਸਮਝਿਆ। ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾ। ਸਮਝਿਆ ਹੀ ਨਹੀਂ ਮੱਛੀ ਨੇ, ਉਸ ਡੂੰਘਾਈ ਨੂੰ ਨਾ ਦੇਖਿਆ ਉਸ ਸਾਗਰ ਦੀ, ਨਾ ਉਹਦੇ ਜਾਲ ਨੂੰ ਸਮਝਿਆ, ਨਾ ਸਾਗਰ ਦੀ ਡੂੰਘਾਈ ਨੂੰ ਸਮਝਿਆ। ਭੁੱਲੀਏ, ਜੇ ਸੱਚਮੁੱਚ ਦੇ ਸਾਗਰ ਦੀ ਡੂੰਘਾਈ ਨੂੰ ਸਮਝ ਲੈਂਦੀ, ਸਾਗਰ ਨੇ ਤਾਂ ਤੈਨੂੰ ਆਪਣੀ ਹਿੱਕ ਵਿੱਚ ਜਗ੍ਹਾ ਦਿੱਤੀ ਸੀ, ਪਰ ਤੂੰ ਆਪਣੀ ਹਿੱਕ ਉਹ ਸਾਗਰ ਦੇ ਵਿੱਚ ਦਿੱਤੀ ਹੋਈ ਜਗ੍ਹਾ ਤੋਂ ਛੱਡ ਕੇ ਬਾਹਰਲੇ ਜਾਲ ਦੇ ਲਾਲਚ ਵਿੱਚ ਫਸ ਗਈ। ਇੰਨਾ ਕਿ ਮਾਸ ਦਾ ਟੋਟਾ ਉਸ ਕੁੰਡੀ ਵਿੱਚ ਲਾਇਆ ਜਿਹੜਾ ਤੈਨੂੰ ਫਸਾਉਣ ਲਈ, ਤੂੰ ਉੱਥੇ ਮੌਜਾਂ ਕਰਦੀ ਕਰਦੀ ਬਸ ਉਸ ਐਸੇ ਜਾਲ ਵਿੱਚ ਫਸੀ, ਤੇਰੇ ਜੀਵਨ ਦਾ ਅੰਤ ਹੋ ਗਿਆ। ਹੁਣ ਪਛਤਾਏਂਗੀ ਕੀ? ਹੁਣ ਪਛਤਾ ਕੇ ਕੀ ਹੋਏਗਾ? ਸੋਹਣੀ ਬੜੀ ਸੀ, ਸਿਆਣੀ ਬੜੀ ਸੀ, ਕਿੰਨੀ ਸੋਹਣੀ ਲੱਗਦੀ ਹੈ। ਸਿਆਣਾ ਮਨੁੱਖ ਹੈ, ਚੰਗੀ ਅਕਲ ਰੱਬ ਨੇ ਦਿੱਤੀ ਹੈ, ਪਰ ਵਿਵੇਕ ਬੁੱਧ ਨੂੰ ਤਾਲਾ ਲਾ ਕੇ ਬੈਠ ਗਿਆ। ਇਹ ਵੀ ਨਹੀਂ ਸਮਝਦਾ ਵੀ ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾ। ਫਿਰ ਕੀ ਹੈ? ਅਤ ਸਿਆਣੀ ਸੋਹਣੀ ਕਿਉਂ ਕੀਤੋ ਵੇਸਾ। ਉਹ ਸਿਆਣੀਏ ਕਿਉਂ ਭਰੋਸਾ ਕਰ ਲਿਆ? ਸੋਹਣੀ ਹੈ ਤੂੰ, ਸਿਆਣੀ ਹੈ, ਤੇ ਕਿਉਂ ਭਰੋਸਾ ਕਰ ਲਿਆ? ਕਹਿੰਦੇ ਹਾਂ, ਇਸ ਭਰੋਸੇ ਕਰਕੇ ਕੀਤੇ ਕਾਰਨ ਪਾਕੜੀ। ਕਾਲ ਨਾ ਟਲੇ ਸਿਰਾ, ਹੁਣ ਨਹੀਂ ਟਲਣਾ ਕਾਲ। ਭਾਈ ਰੇ ਇਉਂ ਸਿਰ ਜਾਣੋ ਕਾਲ, ਜਿਉ ਮਛਲੀ ਤਿਉ ਮਾਨਸਾ ਪਵੇ ਅਚਿੰਤਾ ਜਾਲ। ਇਹ ਮੱਛੀ ਵਰਗਾ ਹੈ ਮਨੁੱਖ ਵੀ, ਅਚਿੰਤਾ ਜਾਲ ਪੈ ਗਿਆ ਹੈ। ਇਹ ਫਿਰ ਫਾਸੇ ਉਸ ਫਾਥਾ ਚੂਕ ਚੁਗੇ ਨਹੀਂ ਬੂਝੇ। ਇਹ ਬੁਝਦਾ ਹੀ ਨਹੀਂ। ਜੇ ਮਛਲੀ ਫਾਥੀ ਜਮ ਜਾਲ, ਮੱਛੀ ਫਸ ਗਈ ਹੈ ਜਮ ਜਾਲ ਦੇ ਵਿੱਚ। ਮੌਤ ਦਾ ਉਹਨੂੰ ਪਤਾ ਹੈ, ਇਹ ਸਮਝਦੀ ਨਹੀਂ ਕਿ ਮੇਰੀ ਮੌਤ ਦਾ ਟਿਕਾਣਾ ਜਿਹੜਾ ਹੈ ਉਹ ਇਹ ਜਾਲ ਹੈ। ਇਹ ਮੇਰਾ ਮੌਤ ਦਾ ਸੁਨੇਹਾ ਲੈ ਕੇ ਆਇਆ। ਸਮਝੇ ਵੀ ਕਿਵੇਂ? ਇਹ ਇਨਸਾਨ ਰੂਪੀ ਮੱਛੀ ਦੁਨੀਆ ਦੇ ਪਦਾਰਥਾਂ ਦੇ ਚੋਗੇ ਵਿੱਚ ਫਸੀ ਹੋਈ ਹੈ, ਤੇ ਉਸ ਜਾਲ ਨੂੰ ਜੋ ਛੁੱਟਿਆ ਹੋਇਆ ਹੈ ਕਾਮਦਕ ਵਿਕਾਰਾਂ ਦਾ, ਉਹਦੇ ਵਿੱਚ ਫਸੀ ਹੈ। ਤੇ ਛੁੱਟੇ ਕਿਵੇਂ? ਕਿਉਂਕਿ ਬਿਨ ਗੁਰਦਾਤੇ ਮੁਕਤ ਨਾ ਭਾਲ। ਫਸੇ ਵੀ ਬਚੇ ਵੀ ਕਿਵੇਂ? ਕਿਉਂਕਿ ਗੁਰੂ ਤੋਂ ਬਿਨਾਂ ਇਸ ਫਾਹੀ ਚੋਂ ਛੁਟਕਾਰਾ ਦਾ ਰਾਹ ਕੋਈ ਨਹੀਂ। ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਇਹ ਪਾਂਡੇ, ਗੋਪਾਲ ਦਾ ਨਾਮ ਮਨ ਦੀ ਪੱਟੀ ਤੋਂ ਲਿਖਣ ਤੋਂ ਬਿਨਾਂ ਇਹ ਮੱਛੀ ਇਸ ਫਾਹੀ ਚੋਂ ਨਹੀਂ ਬਚ ਸਕਦੀ। ਮਰੇਗੀ ਤੜਫ ਤੜਫ ਕੇ, ਨਹੀਂ ਬਚ ਸਕਦੀ। ਇਹ ਪਾਂਡੇ ਗੋਪਾਲ ਦਾ ਨਾਮ ਦੀ ਦਾਤ ਦੇਣ ਵਾਲਾ ਜੋ ਗੁਰੂ ਹੈ, ਉਹ ਤੋਂ ਬਿਨਾਂ ਇਸ ਫਾਹੀ ਚੋਂ ਛੁਟਕਾਰਾ ਨਹੀਂ ਉਹ ਲੱਭਣਾ। ਇਸ ਵਾਸਤੇ ਪਾਂਡੇ ਮਨ ਦੀ ਪੱਟੀ ਤੇ ਗੋਪਾਲ ਦਾ ਨਾਮ ਲਿਖ। ਸਾਹਿਬ ਜੀ ਕਹਿੰਦੇ ਨੇ, ਬਿਨ ਗੁਰਦਾਤੇ ਮੁਕਤ ਨਾ ਭਾਲ, ਫਿਰ ਆਵੇ ਫਿਰ ਜਾਏ। ਲੋ ਜੀ, ਕਹਿੰਦੇ ਫਿਰ ਇਸ ਫਾਹੀ ਵਿੱਚ ਫਸੇ ਹੋਏ ਮਨੁੱਖ ਦੀ ਹਾਲਤ ਕੀ ਹੈ? ਇਸ ਫਾਹੀ ਵਿੱਚ ਫਸੇ ਹੋਏ ਮਨੁੱਖ ਦੀ ਹਾਲਤ ਕੀ ਹੈ? ਜੰਮਣਾ ਤੇ ਮਰਨਾ, ਜੰਮਣਾ ਤੇ ਮਰਨਾ, ਮੁੜ ਮੁੜ ਜੰਮਣਾ, ਮੁੜ ਮੁੜ ਮਰਨਾ। ਇਹ ਤਾਂ ਬਹੁਤ ਸਜ਼ਾਏ ਪਿਆ ਦੇਸ਼ ਲੰਮੇ ਦੀ ਕਹਾਣੀ ਹੈ। ਇਹ ਤਾਂ ਬਹੁਤ ਸਜ਼ਾ ਹੈ। ਇਹ ਸਜ਼ਾ ਕਾਹਦੀ ਸੀ? ਵਿਵੇਕ ਬੁੱਧ ਨੂੰ ਇਸਤੇਮਾਲ ਨਾ ਕੀਤਾ, ਨਾ ਜਾਲ ਸਮਝਿਆ, ਨਾ ਗੁਰੂ ਦੀ ਡੂੰਘਾਈ ਸਮਝੀ, ਨਾ ਇਸ ਸੰਸਾਰ ਦੇ ਪਦਾਰਥਾਂ ਦੇ ਚੋਗੇ ਨੂੰ ਸਮਝਿਆ, ਤੇ ਨਾ ਅਸੀਂ ਗੁਰੂ ਦੇ ਨੇੜੇ ਹੋ ਕੇ ਬੈਠੇ। ਜੇ ਬੈਠੇ ਵੀ ਤੇ ਬਗਲੇ ਦੀ ਸਮਾਧ ਲਾ ਕੇ
ਜਾਂ ਕਾਮ ਅਹੰਕਾਰ ਦੀ ਬਿਰਤੀ ਰੱਖ ਕੇ ਬੈਠੇ ਜਿੱਥੋਂ ਮਨ ਵਿੱਚ ਗੁਰੂ ਦੇ ਵਿਚਾਰ ਨਾ ਆ ਸਕੇ। ਤਾਂ ਸਾਹਿਬ ਜੀ ਕਹਿੰਦੇ ਨੇ ਇਸ ਫਾਹੀ 'ਚ ਫਸਿਆ ਹੋਇਆ ਜੀਵ ਮੁੜ ਮੁੜ ਜੰਮਦਾ ਹੈ, ਮੁੜ ਮੁੜ ਮਰਦਾ ਹੈ। ਫਿਰ ਪਾਤਸ਼ਾਹ ਕਹਿੰਦੇ ਇੱਕ ਰੰਗ ਰਚੇ ਰਹੇ ਲਿਵ ਲਾਏ, ਇੱਕ ਰੰਗ ਰਚੈ, ਇੱਕ ਮਤਲਬ ਕਈ ਜਿਹੜੇ ਬਚ ਜਾਂਦੇ ਹਨ। ਇੱਕ ਰੰਗ ਰਚੇ ਰਹੇ ਲਿਵ ਲਾਏ, ਵੀ ਜਿਹੜੇ ਗੋਪਾਲ ਦੇ ਪਿਆਰ ਵਿੱਚ ਜੁੜਦੇ ਨੇ। ਰੰਗ ਰਚੇ ਪਿਆਰ ਵਿੱਚ ਜੁੜਨਾ, ਲਿਵ ਲਾਏ ਸੁਰਤ ਜੋੜਨੀ, ਖਿਆਲ ਵਿੱਚ, ਮਨ ਵਿੱਚ। ਫਿਰ ਪਾਤਸ਼ਾਹ ਕਹਿੰਦੇ ਇਹ ਢੰਗ ਹੈ, ਇਹ ਢੰਗ ਹੈ ਕਿ ਇਉਂ ਇਹ ਛੂਟੈ ਫਿਰ ਫਾਸ ਨਾ ਪਾਏ। ਹੋਰ ਕੋਈ ਢੰਗ ਨਹੀਂ। ਇਹ ਛੂਟੈ, ਇਸ ਤਰ੍ਹਾਂ ਵਿਕਾਰਾਂ ਦੀ ਫਾਹੀ ਚੋਂ ਛੁੱਟ ਜਾਈਦਾ ਹੈ, ਨਿਕਲ ਜਾਈਦਾ ਹੈ। ਫਿਰ ਫਾਸ ਨਾ ਪਾਏ, ਉਹਨੂੰ ਫਾਹੀ ਨਹੀਂ ਪੈਂਦੀ, ਉਹਦੇ ਗਲ 'ਚ ਫਾਹੀ ਨਹੀਂ ਪੈਂਦੀ। ਇਹ ਪਾਂਡੇ ਖਿਆਲ ਕਰ, ਮਨ ਦੀ ਪੱਟੀ ਤੇ ਉਸ ਪਰਮੇਸ਼ਰ ਦਾ ਨਾਮ ਲਿਖਣ ਤੋਂ ਬਿਨਾ ਬਾਰ-ਬਾਰ ਜਨਮ ਹੁੰਦਾ ਹੈ, ਬਾਰ-ਬਾਰ ਮਨ ਕਰਦਾ ਹੈ। ਤੇ ਇਹ ਫਾਹੀ ਉਨੀ ਦੇਰ ਚੱਲਦੀ ਰਹਿੰਦੀ ਹੈ ਜਿੰਨੀ ਦੇਰ ਤੱਕ ਗੋਪਾਲ ਦਾ ਨਾਮ ਮਨ ਦੀ ਪੱਟੀ ਤੇ ਨਹੀਂ ਲਿਖਿਆ ਜਾਂਦਾ। ਇਸ ਕਰਕੇ ਇਹ ਪਾਂਡੇ ਮਨ ਦੀ ਪੱਟੀ ਤੇ ਗੋਪਾਲ ਦਾ ਨਾਮ ਲਿਖ, ਤੇ ਜਿੰਨੀ ਦੇਰ ਤੱਕ ਗੋਪਾਲ ਦਾ ਨਾਮ ਨਹੀਂ ਲਿਖਦਾ ਇਸ ਫਾਹੀ ਤੋਂ ਛੁੱਟ ਨਹੀਂ ਸਕਦਾ। ਸਤਿਗੁਰੂ ਜੀ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਇਸ ਪਾਵਨ ਬਚਨ ਜਿਹੜੀ ਸਾਨੂੰ ਗੱਲ ਸਮਝਾਈ ਹੈ ਕਿ ਵਿਕਾਰਾਂ ਦਾ ਚੋਗਾ ਸੁੱਟਿਆ ਹੋਇਆ, ਟੁਕੜੇ ਦੇ ਲਾਲਚ ਕਰਕੇ ਫਾਹੀ ਵਿੱਚ ਫਸ ਗਿਆ, ਪਛਤਾਉਂਦਾ ਹੈ। ਪਹਿਲਾਂ ਆਜ਼ਾਦ ਸੀ, ਹੁਣ ਕਿੱਥੇ ਫਸ ਗਿਆ, ਪਛਤਾਉਂਦਾ ਹੈ। ਪਰ ਫਸਿਆ ਹੋਇਆ ਵੀ ਫਿਰ ਨਿਕਲਦਾ ਯਤਨ ਨਹੀਂ ਕਰਦਾ। ਇਹ ਕਾਂ ਦੇ ਵਾਂਗੂ ਵਿਸ਼ੇ ਰੂਪੀ ਚੋਗ ਚੁਗਦਾ ਰਹਿੰਦਾ ਹੈ ਤੇ ਮਾਇਆ ਦੀ ਮੋਹ ਵਿੱਚ ਫਸਿਆ ਰਹਿੰਦਾ ਹੈ। ਫਿਰ ਪਛਤਾਉਂਦਾ ਹੋ ਕੀ ਗਿਆ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਬਚਨ ਸਾਨੂੰ ਸਮਝਾਏ ਨੇ ਕਿ ਇਸ ਫਾਹੀ ਤੋਂ ਛੁੱਟਣ ਦੀ ਵਿਧੀ ਕੇਵਲ ਤਾਂ ਕੇਵਲ ਸਤਿਗੁਰ ਦਾ ਮਿਲਾਪ ਹੈ, ਸਤਿਗੁਰ ਦੀ ਨੇੜਤਾ ਹੈ। ਜੇ ਕਿਤੇ ਸਤਿਗੁਰ ਦੇ ਨਾਲ ਸਾਡਾ ਮਿਲਾਪ ਹੋ ਜਾਏ, ਸਤਿਗੁਰ ਦੀ ਨੇੜਤਾ ਹਾਸਲ ਕਰ ਲਈਏ, ਇੱਕੋ ਹੀ ਢੰਗ ਹੈ ਵੀ ਇਹ ਫਾਹੀ ਤੋਂ ਛੁੱਟਣ ਦੀ ਵਿਧੀ ਰਸਤਾ ਕੇਵਲ ਸਤਿਗੁਰ ਦਾ ਮਿਲਾਪ ਹੈ। ਜਿਹੜਾ ਜੀਵ ਕਾਂ ਵਾਲੀ ਮੱਤ ਛੱਡ ਕੇ ਇੱਕ ਪਰਮੇਸ਼ਰ ਦੇ ਪ੍ਰੇਮ ਵਿੱਚ ਰਚ ਜਾਵੇ, ਉਹ ਫਿਰ ਜਮ ਜਾਲ ਤੋਂ ਬਚ ਜਾਂਦਾ ਹੈ, ਜਮਾਂ ਦੀ ਫਾਹੀ ਵਿੱਚ ਨਹੀਂ ਫਸਦਾ। ਸਤਿਗੁਰ ਬਖਸ਼ਿਸ਼ ਕਰਨ, ਇਸ ਜਾਲ ਵਿੱਚੋਂ ਫਸਣ ਦੀ ਜੁਗਤੀ ਸਾਨੂੰ ਵੀ ਦੱਸਣ ਤੇ ਸਾਡਾ ਵੀ ਲੋਕ ਪਰਲੋਕ ਸੁਹੇਲਾ ਹੋ ਸਕੇ ਜੀ। ਭੁੱਲ ਚੁੱਕ ਦੀ ਖਿਮਾ, ਪਿਆਰ ਸਤਿ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।